ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਵੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਭਜ ਹਰਿ ਮਨਾ, ਭਉ ਨਿਧ ਉਤਰਹਿ ਪਾਰ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਭਜ ਹਰਿ ਮਨਾ, ਭਉ ਨਿਧ ਉਤਰਹਿ ਪਾਰ। ਪਰਮ ਸਨਮਾਨਯੋਗ ਯਹ ਰਾਜ ਹੂਰ ਹਾਜ਼ਰਾ ਹਜ਼ੂਰ, ਦੇਵਾਨ ਦੇਵ ਭਾਨਨ ਭਾਨ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ, ਸਜੇ ਹੋਏ ਦੀਵਾਨਾਂ ਅੰਦਰ ਇਕੱਤਰ ਹੋਏ ਬੈਠੇ ਸਮੂਹ ਖਾਲਸਾ ਜੀਓ। ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਓਟ ਔਰ ਆਸਰਾ ਲੈ ਕੇ ਬੈਠੇ ਹੋ, ਜੋ ਕਿ ਲੜੀਵਾਰ ਵਿਚਾਰ ਚੱਲ ਰਹੀ ਹੈ ਨੌਵੇਂ ਗੁਰੂਦੇਵ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ। ਆਪ ਜੀ ਦੇ ਸਨਮੁਖ ਉਹਨਾਂ ਦੀ ਵਿਚਾਰ ਵੀ ਰੱਖਣੀ ਹੈ। ਔਰ ਜਿਹੜਾ ਕੱਲ ਦਿਹਾੜਾ ਗੁਜ਼ਰ ਕੇ ਗਿਆ ਏ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ, ਉਸ ਦੇ ਬਾਬਤ ਵੀ ਆਪ ਜੀ ਦੇ ਸਨਮੁਖ ਵਿਚਾਰ ਰੱਖਣੇ ਨੇ। ਗੁਰੂ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰੀਏ, ਪਾਤਸ਼ਾਹ ਜੀ ਕਰੋ ਕਿਰਪਾ, ਸਾਡੇ ਅਜ਼ੀਜ਼ ਤੁਹਾਡੇ ਨਾਮ ਦਾ ਜਿਹੜਾ ਕਿਣਕਾ ਹੈ ਸਾਡੇ ਮਨਾਂ ਦੇ ਅੰਦਰ ਵਸ ਜਾਵੇ। ਕੁਝ ਵਿਚਾਰ ਕਰਨ ਦਾ ਬਲ ਉਦਮ ਬਖਸ਼ੋ ਜੀ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਦਾ ਨਾਹਰਾ ਬੁਲੰਦ ਕਰੀਏ। ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਜੀ। ਗੱਜ ਕੇ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ 9ਵੇਂ ਨਾਨਕ
ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਵਰਤਦੀ ਏ, ਉਹਨਾਂ ਦਾ ਪਾਵਨ ਸ਼ਲੋਕ 11ਵਾਂ ਔਰ 12ਵਾਂ, ਜਿਸ ਦਾ ਪਾਠ ਆਪ ਜੀ ਨੇ ਆਪਣੇ ਕੰਨਾਂ ਦੇ ਨਾਲ ਸ਼ਰਵਣ ਕੀਤਾ ਏ, ਜਿਸ ਅੰਦਰ ਗੁਰਦੇਵ ਨੇ ਰਹਿਮਤ ਕੀਤੀ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਬੰਦੇ ਨੂੰ ਇੱਕ ਗੱਲ ਗੁਰਦੇਵ ਨੇ ਕਹਿ ਦਿੱਤੀ, ਤੇਰਾ ਇਹ ਜਿਹੜਾ ਤਨ ਏ, ਸਰੀਰ ਏ, ਬੋਡੀ ਏ, ਇਹ ਪੰਜ ਤੱਤਾਂ ਤੋਂ ਬਣਿਆ ਏ। ਇਹਦੇ ਅੰਦਰ ਪਵਨ ਏ, ਹਵਾ ਏ, ਅਗਨ ਏ, ਮਿੱਟੀ ਏ, ਆਕਾਸ਼ ਏ ਔਰ ਪਾਣੀ ਏ। ਪੰਜ ਤੱਤਾਂ ਨੂੰ ਮਿਲ ਕੇ ਇਹ ਜਿਹੜਾ ਸਰੀਰ ਦਾ ਢਾਂਚਾ ਜਿਹੜਾ ਬਣਿਆ ਏ, ਔਰ ਤੂੰ ਇਹਦੇ ਵਿੱਚ ਰਹਿ ਕੇ ਆਪਣੀਆਂ ਚਤੁਰਾਈਆਂ ਦੇ ਨਾਲ, ਆਪਣੀਆਂ ਸਿਆਣਪਾਂ ਦੇ ਨਾਲ ਕਦੇ ਵੀ ਅੰਦਰ ਹੰਕਾਰ ਨਾ ਲੈ ਆਈ। ਅਸਲ ਨੂੰ ਇਹ ਪੰਜੇ ਤੱਤ ਪੰਜਾਂ ਦੇ ਵਿੱਚ ਸਮਾ ਜਾਣਗੇ। ਤੂੰ ਆਪਣੇ ਮਨ ਨੂੰ ਉਸ ਗੁਰਦੇਵ ਦੀ ਬਾਣੀ ਦੇ ਨਾਲ, ਉਸ ਪਰਮਾਤਮਾ ਦੀ ਸਿਫਤ ਔਰ ਸਲੋਤਾ ਦੇ ਨਾਲ ਜੋੜ ਲੈ। ਪਾਤਸ਼ਾਹ ਕਹਿੰਦੇ ਨੇ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਸਤਿਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਇਹ ਪੰਜ ਤੱਤ ਪੰਜਾਂ ਵਿੱਚ ਸਮਾ ਜਾਣਗੇ। ਤੂੰ ਵੀ ਆਪਣੀ ਸੁਰਤ ਜਿਹੜੀ ਏ ਉਹ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੋੜ। ਤੇਰਾ ਅੰਦਰ ਵੀ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਜਾਵੇ। ਹੁਣ ਹਰੇਕ ਸਰੀਰ ਜਿਹੜਾ ਪੰਜ ਤੱਤਾਂ ਨੂੰ ਇਕੱਠਿਆਂ ਕਰਕੇ ਹੀ ਇਸ ਧਰਤੀ ਦੇ ਅੰਦਰ ਆਇਆ ਹੈ। ਭਾਵੇਂ ਕੋਈ ਨਰ ਹੈ, ਨਾਰੀ ਏ, ਮੇਲ ਏ ਔਰ ਫੀਮੇਲ ਏ, ਸਾਰੇ ਪੰਜ ਤੱਤਾਂ ਤੋਂ ਬਣ ਕੇ ਆਏ ਨੇ। ਪਰ ਇੱਥੇ ਕਰਮਾਂ ਦੇ ਆਧਾਰ ਤੇ ਕੋਈ ਜਿਹੜਾ ਅੱਤ ਦਰਜੇ ਦਾ ਉੱਚਾ ਹੋ ਕੇ ਜੀਵਨ ਜੀ ਰਿਹਾ ਏ, ਕੁਝ ਜਿਹੜਾ ਅੱਤ ਦਰਜੇ ਦੇ ਗਿਰਾਵਟ ਵਾਲੇ ਜੀਵਨ ਵਿੱਚ ਜੀ ਰਿਹਾ ਏ। ਗੁਰਦੇਵ ਕਹਿੰਦੇ ਨੇ, ਕਈ ਜਨ ਇਸ ਧਰਤੀ ਤੇ ਆਉਂਦੇ ਨੇ, ਉਹ ਇਸ ਧਰਤੀ ਤੋਂ ਸ਼ੋਭਾ ਸਲੌਤਾ ਖੱਟ ਕੇ ਜਾਂਦੇ ਨੇ, ਪਰ ਕੁਝ ਜਿਹੜਾ ਇਹਨਾਂ ਪੰਜਾਂ ਤੱਤਾਂ ਨੂੰ ਲੈ ਕੇ ਹੀ ਇਸ ਸੰਸਾਰ ਦੇ ਅੰਦਰ ਆਏ, ਪਰ ਇਸ ਸੰਸਾਰ ਤੋਂ ਜਿਹੜਾ ਬੁਰਾਈ ਔਰ ਬਦਨਾਮੀ ਖੱਟ ਕੇ ਚਲੇ ਗਏ। ਹੁਣ ਬੰਦੇ ਸਾਰੇ ਜਿਹੜੇ ਨੇ ਉਹਨਾਂ ਦੇ ਅੰਦਰ ਪਵਨ ਚੱਲਦੀ ਪਈ ਏ, ਪਾਣੀ ਸਾਰਿਆਂ ਦੇ ਅੰਦਰ ਹੈ, ਅਗਨ ਏ, ਆਕਾਸ਼ ਏ। ਜਿਹੜੀਆਂ ਚੀਜ਼ਾਂ ਬਾਹਰ ਬ੍ਰਹਿਮੰਡ ਦੇ ਵਿੱਚ ਨੇ ਉਹੀ ਬੰਦੇ ਦੇ ਅੰਦਰ ਨੇ। ਤੇ ਇਹ ਪੰਜ ਤੱਤ ਇਹਨਾਂ ਬਾਹਰੀ ਪੰਜਾਂ ਤੱਤਾਂ ਦੇ ਵਿੱਚ ਸਮਾ ਜਾਣਗੇ। ਪਾਣੀ ਪਾਣੀ ਦੇ ਵਿੱਚ ਸਮਾ ਜਾਵੇਗਾ, ਅਗਨ ਅਗਨ ਦੇ ਵਿੱਚ ਸਮਾ ਜਾਵੇਗੀ, ਮਿੱਟੀ ਮਿੱਟੀ ਦੇ ਵਿੱਚ ਸਮਾ ਜਾਵੇਗੀ। ਪਰ ਜਿਸ ਬੰਦੇ ਨੇ ਪੰਜ ਭੂਤਕ ਸਰੀਰ ਇਸ ਧਰਤੀ ਦੇ ਅੰਦਰ ਵਰਤਿਆ, ਉਸ ਪਰਮਾਤਮਾ ਦੀ ਉਸਤਤ ਦੇ ਲਈ, ਪਰਮਾਤਮਾ ਦੇ ਨਾਮ ਦੀ ਵਡਿਆਈ ਦੇ ਲਈ, ਤੇ ਗੁਰਦੇਵ ਕਹਿੰਦੇ ਨੇ ਉਹ ਇਸ ਧਰਤੀ ਤੇ ਆ ਕੇ ਆਪਣੀ ਆਤਮਾ ਨੂੰ ਵੀ ਸੁਰਖਰੂ ਕਰ ਜਾਂਦੇ ਨੇ। ਫਿਰ ਉਹਨਾਂ ਨੂੰ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਭਟਕਣਾ ਨਹੀਂ ਪੈਂਦਾ। ਫਿਰ ਇਹੋ ਜਿਹੇ ਜੀਵਨ ਵਾਲਿਆਂ ਨੂੰ ਵੀ ਗੁਰਦੇਵ ਜੀ ਬਾਣੀ ਅੰਦਰ ਬ੍ਰਹਮ ਗਿਆਨੀ ਕਹਿ ਦੇਣਗੇ, ਬਾਣੀ ਅੰਦਰ ਸੰਤ ਕਹਿ ਦੇਣਗੇ, ਬਾਣੀ ਅੰਦਰ ਸਾਧ ਕਹਿ ਜਾਣਗੇ, ਗੁਰਬਾਣੀ ਅੰਦਰ ਗੁਰਮੁਖ ਜਨ ਕਹਿ ਦੇਣਗੇ। ਜੋ ਪੰਜ ਭੂਤਕ ਸਰੀਰ ਦੇ ਅੰਦਰ ਆਏ ਤਾਂ ਸੀ, ਪਰ ਇਸ ਪੰਜ ਭੂਤਕ ਸਰੀਰ ਦੇ ਅੰਦਰ ਆ ਕੇ ਲਿਵ ਉਸ ਕਰਤੇ ਦੇ ਨਾਲ ਜੋੜੀ ਰੱਖੀ। ਹਮੇਸ਼ਾ ਹੀ ਉਸ ਦੇ ਨਾਮ ਦੇ ਨਾਲ ਸਾਂਝ ਪਾ ਕੇ, ਉਹਦੀ ਬਾਣੀ ਦੇ ਨਾਲ ਸਾਂਝ ਪਾ ਕੇ, ਅੰਦਰੋਂ ਉਸ ਦੇ ਨਾਲ ਸਾਂਝ ਪਾ ਕੇ, ਅੰਦਰੋਂ ਉਹਦੇ ਨਾਲ ਜੁੜ ਰਹੇ। ਕੱਲ ਦਿਹਾੜਾ ਮਨਾ ਕੇ ਹਟੇ ਆ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਜੀ। ਉਹਨਾਂ ਦੇ ਜੀਵਨ ਨੂੰ ਦੇਖੀਏ, ਪੰਜ ਤੱਤਾਂ ਨੂੰ ਲੈ ਕੇ ਹੀ ਇਸ ਸਰੀਰ ਦੇ ਅੰਦਰ ਆਏ ਨੇ। ਉਹਨਾਂ ਦਾ ਸਰੀਰ ਵੀ ਇਹਨਾਂ ਪੰਜ ਤੱਤਾਂ ਤੋਂ ਬਣਿਆ ਹੈ, ਪਰ ਉਹਨਾਂ ਇਹ
ਪੰਜ ਤੱਤਾਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਵਾਹਿਗੁਰੂ ਜੀ ਦੇ ਨਾਲ ਸਾਂਝ ਐਸੀ ਪਾਈ ਤੇ ਅੰਦਰ ਪਿਆਰ ਇੰਨਾ ਬਣਾ ਲਿਆ, ਜਦੋਂ ਤੱਕ ਇਹ ਪਲੈਨਟ ਰਹੇਗਾ, ਜਦੋਂ ਤੱਕ ਇਹ ਧਰਤੀ ਰਹੇਗੀ, ਉਨੀ ਦੇਰ ਤੱਕ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਇਸ ਧਰਤੀ ਤੇ ਰਹੇਗਾ। ਉਨੀ ਦੇਰ ਤੱਕ ਉਹਨਾਂ ਦੇ ਨਾਮਨੇ ਨੂੰ ਕੋਈ ਖਤਮ ਨਹੀਂ ਕਰ ਸਕਦਾ, ਭਾਵੇਂ ਕੋਈ ਲੱਖ ਕੋਸ਼ਿਸ਼ਾਂ ਕਿਉਂ ਨਾ ਕਰ ਲਵੇ। ਅੱਜ ਵੀ ਉਹ ਰਹਿਮਤਾਂ ਪਏ ਵਰਤਾਂਦੇ ਨੇ। ਜੀਵਨ ਨੂੰ ਪੜ੍ਹਿਆ ਉਹਨਾਂ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ, ਜਾਂ ਉਹ ਕਹਿ ਲਵਾਂ ਉਹਨਾਂ ਦੇ ਜਨਮ ਤੋਂ ਲੈ ਕੇ ਆਖਰੀ ਸਵਾਸਾਂ ਤੱਕ, ਉਹਨਾਂ ਨੇ ਕਦੇ ਵੀ ਰੱਬ ਦੇ ਨਾਮ ਨੂੰ, ਪਰਮਾਤਮਾ ਦੀ ਉਸਤਤ ਨੂੰ ਔਰ ਗੁਰੂ ਦੇ ਹੁਕਮ ਨੂੰ ਜਿਹੜਾ ਮਨ ਦੇ ਵਿੱਚੋਂ ਵਿਸਾਰਿਆ ਨਹੀਂ। ਹਮੇਸ਼ਾ ਉਸ ਗੱਲ ਦੇ ਉੱਤੇ ਆਪਣਾ ਧਿਆਨ ਇਕਾਗਰ ਕਰਕੇ ਉਸ ਨੂੰ ਮੰਨਣ ਦੀ ਗੱਲ ਕੀਤੀ ਹੈ। ਇਹ ਪੰਜਾਬ ਦੀ ਧਰਤੀ ਬਹੁਤ ਭਾਗਾਂ ਭਰੀ ਹੈ। ਇਸ ਉੱਤੇ ਹੀ ਪਹਿਲਾ ਧਾਰਮਿਕ ਗ੍ਰੰਥ ਜਿਹਨੂੰ ਰਿਗਵੇਦ ਕਹਿੰਦੇ ਨੇ ਉਹ ਲਿਖਿਆ ਗਿਆ। ਫਿਰ ਇਸ ਧਰਤੀ ਤੇ ਸਿਮਰਤੀਆਂ ਲਿਖੀਆਂ ਗਈਆਂ, ਸ਼ਾਸਤਰ ਲਿਖੇ ਗਏ, ਇਹਦੇ ਵਿੱਚ ਗੀਤਾ ਲਿਖੀ ਗਈ, ਰਾਮਾਇਣ ਲਿਖੀ ਗਈ, ਮਹਾਭਾਰਤ ਇਸ ਧਰਤੀ ਤੇ ਲਿਖਿਆ ਗਿਆ। ਇਸ ਪੰਜਾਬ ਦੀ ਪਾਵਨ ਧਰਤੀ ਦੇ ਵਿੱਚੋਂ ਹੀ ਇੱਕ ਨਗਰ ਹੈ ਜੀ ਕਥੂ ਨੰਗਲ, ਅੰਮ੍ਰਿਤਸਰ ਦੇ ਇਲਾਕੇ ਦੇ ਨਾਲ ਅਟੈਚ ਹੈ। ਕਥੂ ਨੰਗਲ ਦੇ ਵਿੱਚ 1506 ਈਸਵੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ ਪਿਆ ਹੈ। ਔਰ ਬਾਬਾ ਬੁੱਢਾ ਜੀ ਦੇ ਪਿਤਾ ਨੇ ਪਿਤਾ ਸੁਗਾ ਰੰਧਾਵਾ ਜੀ ਔਰ ਮਾਤਾ ਗੌਰਾ ਜੀ। ਮਾਤਾ ਗੌਰਾ ਦੀ ਪਾਵਨ ਕੁੱਖ ਨੂੰ ਭਾਗ ਲੱਗੇ ਔਰ ਉਸ ਦੀ ਪਾਵਨ ਕੁੱਖ ਦੇ ਵਿੱਚੋਂ 1506 ਈਸਵੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ। ਔਰ ਘਰ ਦੇ ਵਿੱਚ ਜ਼ਿਮੀਂਦਾਰਾ ਕਰਨ ਵਾਲਾ ਪਰਿਵਾਰ ਹੈ। ਘਰ ਦੇ ਵਿੱਚ ਰਹਿ ਕੇ ਜ਼ਿਮੀਂਦਾਰਾਂ ਵਾਲੇ ਕੰਮ ਕਰਨ ਲੱਗੇ ਨੇ। ਸਮਾਂ ਆਪਣੀ ਚਾਲ ਚੱਲਿਆ, ਕਿਉਂਕਿ ਭਾਈ ਵੀਰ ਸਿੰਘ ਲਿਖ ਦਿੰਦੇ ਨੇ ਸਮਾਂ ਕਦੇ ਇੱਕ ਥਾਂ ਤੇ ਟਿਕਦਾ ਨਹੀਂ। ਇਹਨੂੰ ਜਿੰਨਾ ਮਰਜ਼ੀ ਪਕੜਨ ਦੀ ਗੱਲ ਕਰੀਏ ਪਰ ਇਹ ਹੱਥਾਂ ਦੇ ਵਿੱਚੋਂ ਨਿਕਲਦਾ ਜਾਂਦਾ ਹੈ। ਜਿੰਨੇ ਮਰਜ਼ੀ ਬੰਦਾ ਇਸ ਦੇ ਸਾਹਮਣੇ ਤਰਲੇ ਪਾ ਲਵੇ ਪਰ ਸਮਾਂ ਕਦੇ ਇੱਕ ਥਾਂ ਤੇ ਰੁਕਦਾ ਨਹੀਂ। ਇਹ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੇ, ਦੂਜੀ ਥਾਂ ਤੋਂ ਤੀਜੀ ਥਾਂ ਤੇ ਇੱਕ ਇੱਕ ਸਕਿੰਟ ਕਰਕੇ ਘਟਦਾ ਜਾਵੇਗਾ, ਇੱਕ ਇੱਕ ਨਿਮਖ ਕਰਕੇ ਘਟਦਾ ਜਾਵੇਗਾ। ਹੁਣ ਸਮਾਂ ਆਪਣੀ ਚਾਲ ਚੱਲਿਆ ਹੈ। ਔਰ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹ ਆਪਣੀਆਂ ਉਦਾਸੀਆਂ ਦੌਰਾਨ ਉਧਰ ਕਥੂ ਨੰਗਲ ਦੇ ਇਲਾਕੇ ਵੱਲ ਚੱਲੇ ਨੇ। ਔਰ ਮੇਰੇ ਬਾਬੇ ਨੇ ਇਕਾਂਤ ਦੇ ਵਿੱਚ ਬੈਠ ਕੇ ਰੱਬੀ ਬਾਣੀ ਦੇ ਨਾਲ ਸਾਂਝ ਪਾਈ ਹੈ। ਇਕਾਂਤ ਦੇ ਵਿੱਚ ਬੈਠੇ ਨੇ। ਇਸ ਬਾਲਕ ਨੇ ਜਿਹਦਾ ਨਾਂ ਘਰਦਿਆਂ ਨੇ ਰੱਖਿਆ ਬੂੜਾ, ਔਰ ਇਸ ਨੂੰ ਕਿਸੇ ਨੇ ਭਾਈ ਬੂੜਾ ਕਿਹਾ, ਕਿਸੇ ਨੇ ਬਾਲਕ ਬੂੜਾ ਕਿਹਾ। ਅੱਜ ਜਦੋਂ ਇਕਾਂਤ ਦੇ ਵਿੱਚ ਦੇਖਿਆ ਹੈ ਇੱਕ ਸਾਧੂ, ਇੱਕ ਫਕੀਰ, ਇੱਕ ਰੱਬ ਦਾ ਜਨ, ਇੱਕ ਰੱਬ ਦਾ ਸੇਵਕ ਜਿਹੜਾ ਇਕਾਂਤ ਦੇ ਵਿੱਚ ਬੈਠਾ ਹੈ, ਮੁਖ ਤੇ ਜਲਾਹੀ ਨੂਰ ਹੈ, ਮੁਖ ਦੇ ਉੱਤੋਂ ਦ੍ਰਿਸ਼ ਦੇ ਵਿੱਚੋਂ ਉਸ ਪਰਮਾਤਮਾ ਦੇ ਝਲਕਾਰੇ ਪੈਂਦੇ ਨੇ। ਇਹਨੇ ਉਸ ਮੁਖ ਨੂੰ ਤੱਕ ਕੇ ਆਪਣੇ ਘਰ ਦੇ ਵਿੱਚ ਗਿਆ ਹੈ। ਘਰ ਦੇ ਵਿੱਚ ਮਾਤਾ ਦੇ ਕੋਲੋਂ ਉਸ ਦੀ ਜਿਹੜਾ ਹੈ ਗਰਮ ਦੁੱਧ ਲਿਆ ਕੇ ਬਾਬੇ ਨਾਨਕ ਦੇ ਸਾਹਮਣੇ ਰੱਖਿਆ ਹੈ। ਬਾਬੇ ਨਾਨਕ ਦੇ ਸਾਹਮਣੇ ਹੱਥ ਜੋੜ ਕੇ ਕਹਿ ਦਿੱਤਾ, ਪਾਤਸ਼ਾਹ ਜੀ ਦੁੱਧ ਛਕੋ ਔਰ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ, ਕੋਈ ਉਸ ਕਰਤੇ ਦੇ ਨਾਲ ਸਾਂਝ ਪਾਉਣ ਦੀ ਗੱਲ ਸੁਣਾਓ। ਤੇਰੇ ਮੇਰੇ ਬਾਬੇ ਗੁਰੂ ਨਾਨਕ ਨੇ ਮੁਖ ਦੇ ਵਿੱਚੋਂ ਕਹਿ ਦਿੱਤਾ ਕਿ ਤੇਰੀ ਉਮਰ ਹਜੇ ਤਕਰੀਬਨ 12 ਸਾਲ ਦੀ ਏ, ਤੈਨੂੰ ਇਹ ਸੋਚ ਕਿਸ ਤਰੀਕੇ ਦੇ ਨਾਲ ਆ ਗਈ, ਕਿੱਦਾਂ ਤੈਨੂੰ ਇਹ ਗੱਲ ਦੇ ਨਾਲ ਅੰਦਰ ਦੀ ਸੂਝ ਆਈ ਕਿ ਉਸ ਰੱਬ ਦੀ ਕੀਰਤੀ ਨੂੰ ਗਾਉਣਾ ਏ, ਉਸ ਰੱਬ ਦੇ ਗੁਣਾਂ ਨੂੰ ਸੁਣਨਾ ਏ। ਤੇਰੀ ਸੁਰਤ ਦੇ ਵਿੱਚ ਇਹ ਗੱਲ ਕਿਵੇਂ ਟਿਕ ਗਈ? ਤੇ ਫਿਰ
दूजी गल बाबे बुढ़े ने कहा, जदों अंदर मौत का डर होवेगा, जदों अंदर एक गल की सूझ हो जाएगी कि पता नहीं एक सैकंड दे विच कदों जम रूपी बाज, काल रूपी बाज आवेगा और इस चिड़ी रूपी जिंद नूं कढ के लै जाएगा, उदों मन करता है कि उस करते दे नाल सांझ पा लवां, क्योंकि करन करावन आपे आप मानक के नाही हाथ। सारा कुछ करन वाला होए, मनुख दे हाथ विच कुछ नहीं। ते गुरु नानक पातशाह ने दुध का कटोरा साइड ते रखिया और अपने जिहड़ा छाती नाल लैके कह दिता, जिंदगी दे अंदर तू जिहड़ा है बालक नजर आना है, पर जदों तेरी सुरत नूं देखीए तू जिहड़ा बुढ़ियां दे वर्गियां गल्लां करदा है। ते एक गल फिर पुछी कि तैनू ये मौत का डर किवें आ गया, तैनू ये मौत की सूझ आ गई किस तरीके दे नाल? ते बाबा बुढ़ा साहब जी ने मुख विचों कहा, जिन्हों बालक बूढ़ा कहते सन, कहते जिमीदारी दे परिवार दे विच पिता जिमीदारी करदा है, पिता ने खेती बीजी, मौसम आया, खेती प्रफुल्लित हुई, अजे खेती कुछ जिहड़ी पक्की सी, कुछ जिहड़ा पक के तैयार हुई सी, कुछ कच्ची सी, कुछ हरी डडरी सी। इन्ने नूं जिहड़ा सरकार दे कर्मचारी आए, उन्होंने घोड़ियां दियां पाड़ां ने एक खेती नूं जिहड़ा मिध के रख दिता। ते मन दे विच गल आई कि ये तां बाहर दी खेती है, कर्मचारी आंदे ने, कोई जिहड़ा कच्ची नूं लताड़ के चलिया जांदा है, कुछ जिहड़ा पक्की नूं लताड़ के चलिया जांदा है, ते कुछ अजे जिहड़ी प्रफुल्लित हजे जिहड़ी है फुੱਡੀ है उन्होंने लताड़ के चलिया जाता है। उस करते दे कर्मचारियों का कोई पता नहीं, उस करते का कोई पता नहीं कि किस दिन ऐसी बिध बना दे कि इस जीवन रूपी जमदी हुई खेती नूं वढ के लै जाए। फिर एक गल की, माता ने एक दिन कहा, पुत्र चुल्हे दे विच लकड़ियां लगा और अग बाल। कहता बाबा जी मैं किया कि चुल्हे दे विच लकड़ियां लगाइया, मैं मोटियां लकड़ां वड्डियां लकड़ां लाइया, थल्ले अग रख के उसनूं मचाउण दी कोशिश की। और माता ने कहा, पुत्र अग्नि कदे इस तरीके दे नाल बलदी नहीं, अग इस तरीके दे नाल मचेगी नहीं। ते माता ने कहा, निक्कियां लकड़ां पहलां थल्ले लाईदियां ने, उपर वड्डियां लकड़ां लाईदियां ने, पहलां निक्कियां लकड़ां नूं अग लगेगी और निक्कियां लकड़ां जदों बलणगियां वो वड्डियां लकड़ां नूं अग लाणगियां। ते बाबा जी उस दिन दा मन दे अंदर विचार है, जे अग मचाउण लई पहलां निक्कियां लकड़ां जलाणियां पैणगियां, इस संसार दे अंदर आके इस शरीर का कोई पता नहीं कि निक्कियां हुंदियां ही इस दे अंदरों प्राण निकल जाण, निक्कियां हुंदियां ही कते बाज रूपी जिहड़ा काल आवे और चिड़ी रूपी इस जिंद नूं कढ के लै जावे। मेरे बाबे ने गल सुनीए, घुट के अपनी छाती दे नाल लाया है, जिहड़ा झरनाटा नाम दा गुरु नानक दे अंदर वगदा पिया है, छाती दे नाल लगन दे नाल बाबे बुढ़े दे अंदर वो वगन लगा है। अंदर दी सुरत जागी है, घर दे अंदर जाके क्या है, माता जेड़े फकीर नूं दुध पिला के आया है, जेड़े पीर नूं सेवा करके आया है, मैं उस दे नाल चलिया जाना है। मेरा मन चाहता है मैं भी उस करते दे नाल सांझ पा के उस करते दियां सिफतां गावां, मैं भी उहदे नाम नूं अपने अंदर दे नाल जिहड़ा जपां। गुरु नानक पातशाह महाराज जी ने अपना ठिकाना किया है करतारपुर की धरती ते, करतारपुर आके वसे ने और करतारपुर वसाउण वेले भी बाबा बुढ़ा साहब जी उत्थे जिहड़ा सेवा करते हैं। जे उत्थे धर्मशाला बनती है तो बाबा बुढ़ा जी अपने सिर ते टोकरियां ढो रहे हैं। जे उत्थे गुरु नानक ने खेती की है
ਤੇ ਬਾਬਾ ਬੁੱਢਾ ਜੀ ਉਹਨਾਂ ਦੀ ਖੇਤੀ ਦੇ ਵਿੱਚ ਵੀ ਉਹਨਾਂ ਦਾ ਸਾਥ ਦੇ ਰਹੇ ਨੇ, ਉਹਨਾਂ ਦੇ ਹਰ ਕੰਮ ਨੂੰ ਮੰਨਦੇ ਪਏ ਨੇ। ਨਿਰੰਤਰ ਜਿਹੜਾ ਬਾਣੀ ਦਾ ਪ੍ਰਵਾਹ ਅੰਦਰ ਚੱਲਦਾ ਪਿਆ ਹੈ। ਤੇ ਜੇ ਬਾਬਾ ਜਪ ਦੀ ਰਚਨਾ ਕਰਦਾ ਹੈ ਤੇ ਮੇਰੇ ਬਾਬੇ ਬੁੱਢੇ ਨੇ ਮਨ ਦੇ ਵਿੱਚ ਉਸ ਜਪ ਨੂੰ ਵੀ ਬਿਠਾ ਲਿਆ। ਕਰਤਾਰਪੁਰ ਦੀ ਧਰਤੀ ਤੇ ਆਏ ਨੇ ਔਰ ਇਸ ਕਰਤਾਰਪੁਰ ਦੀ ਧਰਤੀ ਤੇ ਹੀ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਇਸ ਕਰਤਾਰਪੁਰ ਦੀ ਧਰਤੀ ਤੇ ਆ ਕੇ ਟਿਕੇ ਨੇ। ਜਦੋਂ ਟਿਕੇ ਨੇ ਕਰਤਾਰਪੁਰ ਦੀ ਧਰਤੀ ਤੇ ਆ ਕੇ ਅੱਤ ਦੀ ਉਹਨਾਂ ਸੇਵਾ ਕੀਤੀ ਹੈ, ਹੁਕਮ ਮੰਨਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਸ ਧਰਤੀ ਨੂੰ ਛੱਡ ਕੇ ਉਸ ਕਰਤੇ ਵਿੱਚ ਸਮਿਲਿਤ ਹੋਣ ਦਾ ਸਮਾਂ ਆਇਆ ਹੈ। ਸਮਾਂ ਆਇਆ ਹੈ 1539 ਦਾ। ਮੇਰੇ ਬਾਬੇ ਨੇ ਕੁਝ ਸ਼ਿਕਾਰੀ ਕੁੱਤੇ ਨਾਲ ਲਏ ਨੇ, ਹੱਥ ਦੇ ਵਿੱਚ ਸੋਟਾ ਲਿਆ ਹੈ, ਜੰਗਲ ਦੇ ਵੱਲ ਚੱਲੇ ਨੇ। ਬੜੇ ਸਿੱਖ ਮਗਰ ਚੱਲੇ। ਪਹਿਲਾਂ ਇਤਿਹਾਸਕਾਰ ਲਿਖਦੇ ਨੇ ਪੈਸਿਆਂ ਦੀ ਵਰਖਾ ਹੋਈ, ਕੁਝ ਪੈਸੇ ਲੈ ਕੇ ਵਾਪਸ ਆ ਗਏ, ਕੋਈ ਹੀਰੇ ਲੈ ਕੇ ਵਾਪਸ ਆ ਗਿਆ। ਅਖੀਰ ਤੇ ਜੇ ਕੋਈ ਦੋ ਸੁੱਖ ਰਹਿ ਗਏ, ਉਹਨਾਂ ਦੇ ਵਿੱਚੋਂ ਇੱਕ ਬਾਬਾ ਬੁੱਢਾ ਜੀ ਔਰ ਦੂਜਾ ਭਾਈ ਲਹਿਣਾ। ਤੇ ਇਤਿਹਾਸ ਇੱਥੋਂ ਤੱਕ ਕਹਿ ਦਿੰਦਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਿੱਛੇ ਮੁੜ ਕੇ ਦੇਖਿਆ, ਆਪਣਾ ਸੋਟਾ ਬਾਬੇ ਬੁੱਢੇ ਦੇ ਮਾਰਿਆ ਤੇ ਕਿਹਾ ਇਹ ਬੁੱਢਿਆ ਵਾਪਸ ਚਲਿਆ ਜਾ। ਜੇ ਹੀਰਿਆਂ ਦੀ ਲੋੜ ਏ ਤੈਨੂੰ ਹੀਰੇ ਦੇ ਦਿੰਨਾ ਏ, ਵਾਪਸ ਚਲਿਆ ਜਾ। ਜੇ ਪੈਸਿਆਂ ਦੀ ਜ਼ਰੂਰਤ ਹੈ ਪੈਸੇ ਲੈ ਕੇ ਵਾਪਸ ਚਲਿਆ ਜਾ। ਪਰ ਮੇਰੇ ਬਾਬੇ ਬੁੱਢੇ ਨੇ ਕਿਹਾ ਤੇਰੇ ਦਰ ਦੇ ਨਾਲੋਂ ਹੋਰ ਕੋਈ ਉੱਚਾ ਦਰ ਹੈ ਨਹੀਂ, ਜਿੰਨਾ ਪੈਸਿਆਂ ਦੀ ਪਾਤਸ਼ਾਹ ਜੀ ਅੱਜ ਤੁਸੀਂ ਦੇਣ ਦੀ ਗੱਲ ਕਰਦੇ ਹੋ, ਇਹਨਾਂ ਪੈਸਿਆਂ ਦੇ ਮੋਹ ਕਰਕੇ ਤੇਰੇ ਦਰਬਾਰ ਦੇ ਅੰਦਰ ਆਇਆ ਸੀ, ਤਾਂ ਜੋ ਇਸ ਸੰਸਾਰ ਦੇ ਅੰਦਰ ਲਿਪਤ ਹੋ ਕੇ ਇਸ ਸੰਸਾਰ ਦੇ ਵਿੱਚ ਜਿਹੜਾ ਇਹ ਮਾਇਆ ਦੇ ਲਈ ਨਾ ਝੂਰ ਕੇ ਮੈਂ ਤੇਰੇ ਨਾਮ ਦੇ ਨਾਲ ਸਾਂਝ ਪਾ ਲਵਾਂ। ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੂਜੀ ਵਾਰ ਗੱਲ ਦੇ ਨਾਲ ਲਾਇਆ ਹੈ। ਇੱਕ ਵਾਰ ਜਦੋਂ ਮਿਲਦੇ ਨੇ ਉਦੋਂ ਆਪਣੀ ਛਾਤੀ ਦੇ ਨਾਲ ਲਾ ਕੇ ਪਿਆਰ ਬਖਸ਼ਿਆ ਏ। ਅੱਜ ਦੂਜੀ ਵਾਰ ਮੇਰੇ ਬਾਬੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਹੈ ਤੇ ਮੁਖ ਦੇ ਵਿੱਚੋਂ ਇੱਕ ਵਰਦਾਨ ਦਿੱਤਾ ਏ, ਤੇਰੇ ਤੋਂ ਦੂਰ ਕਦੇ ਨਾ ਹੋਸੀ, ਤੇਰੇ ਤੋਂ ਦੂਰ ਨਹੀਂ ਹੋਵਾਂਗਾ। ਇਹ ਬਚਨ ਜਿਹੜਾ ਅਖੀਰ ਤੱਕ ਉਹਨਾਂ ਦੀ ਜ਼ਿੰਦਗੀ ਦੇ ਨਾਲ ਚੱਲਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਵਾਪਸ ਆਏ ਨੇ। ਆ ਕੇ ਗੁਰਦੇਵ ਨੇ ਇੱਕ ਦੀਵਾਨ ਸਜਾਇਆ ਹੈ, ਧਰਮਸ਼ਾਲਾ ਦੇ ਵਿੱਚ ਭਾਈ ਲਹਿਣੇ ਨੂੰ ਬਿਠਾਇਆ ਹੈ ਔਰ ਕਿਹਾ ਹੈ ਮੇਰੇ ਤੋਂ ਬਾਅਦ ਇਸ ਗੱਦੀ ਦੇ ਵਾਰਸ ਗੁਰੂ ਅੰਗਦ ਦੇਵ ਜੀ ਹੋਣਗੇ। ਗੁਰੂ ਅੰਗਦ ਦੇਵ ਜੀ ਨੂੰ ਗੱਦੀ ਬਖਸ਼ਣ ਲੱਗੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸ਼ਬਦ ਰੂਪੀ ਤਿਲਕ ਉਹਨਾਂ ਨੂੰ ਦਿੱਤਾ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਕਿ ਇਹਨਾਂ ਨੂੰ ਗੁਰਿਆਈ ਦਾ ਤਿਲਕ ਲਾਓ, ਮੇਰੇ ਤੋਂ ਬਾਅਦ ਜਿਹੜਾ ਇਸ ਗੱਦੀ ਦੇ ਵਾਰਸ ਇਹ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਲਾਇਆ, ਭਾਈ ਲਹਿਣਾ ਗੁਰੂ ਅੰਗਦ ਬਣ ਗਿਆ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਵਾਰ ਮੱਥਾ ਟੇਕਿਆ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ। ਪਹਿਲਾਂ ਗੁਰੂ ਨਾਨਕ ਨੇ ਮੱਥਾ ਟੇਕਿਆ ਔਰ ਫਿਰ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਦੇ ਨੇ, ਕਿਉਂਕਿ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇ ਵਿੱਚ ਵਰਤਣ ਲੱਗੀ। ਪੁੱਤਰਾਂ ਨੇ ਜਿਹੜਾ ਹੈ ਵਿਰੋਧ ਕੀਤਾ। ਪੁੱਤਰਾਂ ਨੇ ਜਿਹੜਾ ਹੈ ਇਹ ਗੱਲ ਕਹੀ ਕਿ ਗੱਦੀ ਸਾਡੇ ਪਿਤਾ ਦੀ ਸਾਨੂੰ ਮਿਲਣੀ ਚਾਹੀਦੀ ਹੈ। ਪੁੱਤਰਾਂ ਦੀਆਂ ਗੱਲਾਂ ਸੁਣੀਆਂ ਤੇ ਗੁਰਦੇਵ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ। ਉੱਥੇ ਮਾਤਾ ਭਰਾਈ ਦੇ ਘਰ ਦੇ ਵਿੱਚ ਜਾ ਕੇ ਬੈਠ ਗਏ ਔਰ ਕਹਿ ਦਿੱਤਾ ਮਾਤਾ ਜੀ ਕਿਸੇ ਨੂੰ ਇਹ ਨਹੀਂ ਦੱਸਣਾ ਕਿ ਮੈਂ ਇੱਥੇ ਆਇਆ ਹੈ। ਅੰਦਰ ਤੋਂ ਕਿਵਾੜ ਬੰਦ ਕਰ ਲਿਆ ਔਰ ਅੰਦਰ ਬੈਠ ਗਏ। ਹੁਣ ਬਾਬਾ ਬੁੱਢਾ ਸਾਹਿਬ ਜੀ ਉਸ ਕਰਤਾਰਪੁਰ ਦੀ ਧਰਤੀ ਤੇ ਨੇ। ਜਦੋਂ ਸੰਗਤਾਂ ਨੂੰ ਇਹ ਗੱਲ ਪਤਾ ਲੱਗੀ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇ ਵਿੱਚ ਵਰਤਦੀ ਪਈ ਏ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ। ਸੰਗਤ ਦਰਸ਼ਨਾਂ ਦੇ ਲਈ ਵਿਆਕੁਲ ਹੋਈ ਔਰ ਉਹਨਾਂ ਨੂੰ ਇੱਕ ਸਿੱਖ ਦਾ ਚਿਹਰਾ ਦਿਸਿਆ। ਉਹ ਚਿਹਰਾ ਸੀ ਬਾਬਾ ਬੁੱਢਾ ਸਾਹਿਬ ਜੀ ਦਾ,
ਜਿਹਨੂੰ ਗੁਰਦੇਵ ਨੇ ਕਿਹਾ ਸੀ ਤੇਰੇ ਤੋਂ ਦੂਰ ਕਦੇ ਨਾ ਹੋਸੀ। ਕਿਹਾ ਕਿ ਇਹਨੂੰ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਨੇ ਤੇਰੇ ਤੋਂ ਦੂਰ ਨਹੀਂ ਹੋਵਾਂਗਾ, ਜ਼ਰੂਰ ਜਿਹੜਾ ਇਹ ਗੁਰਦੇਵ ਨਾਲ ਮਿਲਾ ਸਕਦੇ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੰਗਤਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਵੱਲ ਚੱਲੇ ਨੇ। ਜਾ ਕੇ ਦੇਖਿਆ ਮਾਤਾ ਭਰਾਈ ਦੇ ਘਰ ਦੇ ਵਿੱਚ। ਮਾਤਾ ਭਰਾਈ ਨੂੰ ਕਿਹਾ ਮੈਂ ਦੇਖਦਾ ਹੈ ਤੇਰੇ ਮੱਥੇ ਦੇ ਨੂਰ ਨੂੰ ਕਿ ਤੇਰੇ ਘਰ ਦੇ ਅੰਦਰ ਹੀ ਰੱਬੀ ਜੋਤ ਗੁਰੂ ਨਾਨਕ ਦੀ ਟਿਕੀ ਏ। ਉਸ ਮਾਤਾ ਨੇ ਕਿਹਾ ਬਾਬਾ ਤੈਨੂੰ ਬਾਬੇ ਨਾਨਕ ਨੇ ਵਰ ਦਿੱਤਾ, ਤੈਨੂੰ ਜਿਹੜਾ ਏ ਨਾ ਕੋਈ ਨਹੀਂ, ਪਰ ਗੁਰੂ ਕਹਿ ਕੇ ਗਏ ਨੇ ਦੱਸਣਾ ਕਿਸੇ ਨੂੰ ਨਹੀਂ ਔਰ ਅੰਦਰ ਕਿਸੇ ਨੂੰ ਆਣ ਨਹੀਂ ਦੇਣਾ। ਗੁਰੂ ਨੇ ਅੰਦਰ ਕਿਵਾੜ ਮਾਰਿਆ ਏ। ਬਾਬਾ ਬੁੱਢਾ ਸਾਹਿਬ ਜੀ ਨੇ ਅੰਦਰ ਜਿਹੜਾ ਏ ਗੁਰੂ ਬੈਠਾ ਏ, ਬਾਹਰ ਰਬਾਬੀਆਂ ਨੂੰ ਸੱਦਿਆ। ਬਾਬੇ ਨਾਨਕ ਦੀ ਬਾਣੀ ਨੂੰ ਜਦੋਂ ਉਸ ਰਬਾਬੀਆਂ ਨੇ ਕਾਇਆ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਕਵਾੜ ਖੋਲ ਕੇ ਬਾਹਰ ਨਿਕਲੇ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਦਿੱਤਾ ਕਿ ਤੈਨੂੰ ਕਿਹਾ ਸੀ ਕਿ ਕਿਸੇ ਨੇ ਅੰਦਰ ਨਹੀਂ ਆਉਣਾ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਗੁਰਦੇਵ ਜੀ ਮੈਂ ਅੰਦਰ ਨਹੀਂ ਆਇਆ, ਦੇਖੋ ਤੇਰੀ ਬਾਣੀ ਦੇ ਨਾਲ ਸਾਂਝ ਪਾਈਏ, ਤੂੰ ਰਹਿਮਤ ਕਰਕੇ ਸੰਗਤਾਂ ਨੂੰ ਦਰਸ਼ਨ ਬਖਸ਼। ਸੰਗਤ ਦਰਸ਼ਨਾਂ ਤੋਂ ਵਿਆਕੁਲ ਹੋਈ ਪਈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਟਿਕੇ ਨੇ ਔਰ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਰਹੇ ਨੇ। ਉੱਥੇ ਜਿਹੜਾ ਏ ਅੱਤ ਦੇ ਜਿਹੜਾ ਏ ਉੱਚੀ ਅਵਸਥਾ ਵਾਲੇ ਸਿੱਖ ਬੈਠੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਤੋਂ ਬਾਅਦ ਗੁਰੂ ਅੰਗਦ ਗੱਦੀ ਤੇ ਬੈਠੇ ਔਰ ਗੁਰੂ ਅੰਗਦ ਦੀ ਸੇਵਾ ਕਰਨ ਲੱਗੇ ਨੇ ਮੇਰੇ ਬਾਬਾ ਬੁੱਢਾ ਸਾਹਿਬ ਜੀ। ਸੇਵਾ ਦੇ ਵਿੱਚ ਨਿਰੰਤਰ ਜਿਹੜਾ ਇੱਕ ਸੁਰ ਹੋ ਕੇ ਜੁਟੇ ਪਏ ਨੇ। ਸਮਾਂ ਆਇਆ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਆਏ ਨੇ ਔਰ ਆ ਕੇ ਕਿਹਾ ਪਾਤਸ਼ਾਹ ਜੀ ਆਪਣੇ ਨਾਮ ਦੀ ਦਾਤ ਬਖਸ਼ ਦਿਓ। ਔਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਸਮਾਂ ਆਇਆ 1552 ਦਾ। ਅੱਜ ਮੇਰੇ ਬਾਬੇ ਬੁੱਢੇ ਸਾਹਿਬ ਨੂੰ ਫਿਰ ਬਖਸ਼ਿਸ਼ ਗੁਰੂ ਅੰਗਦ ਦੇਵ ਜੀ ਦੇਣ ਲੱਗੇ ਨੇ। ਸੇਵਾ ਦੇ ਵਿੱਚ ਇੱਕ ਸੁਰ ਜੁਟੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗਾਗਰ ਦੀ ਸੇਵਾ ਕੀਤੀ ਏ। ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ ਸਦੋ ਬਾਬਾ ਬੁੱਢਾ ਸਾਹਿਬ ਜੀ ਨੂੰ। ਗੁਰੂ ਅਮਰਦਾਸ ਜੀ ਨੂੰ ਚੌਂਕੀ ਉੱਪਰ ਤਖਤ ਉੱਪਰ ਬਿਠਾਇਆ ਔਰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦਿਓ ਇਹਨਾਂ ਨੂੰ ਗੁਰਿਆਈ ਦਾ ਤਿਲਕ, ਮੇਰੇ ਤੋਂ ਬਾਅਦ ਗੱਦੀ ਦੇ ਵਾਰਸ ਇਹ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ। ਗੁਰੂ ਨਾਨਕ ਦੀ ਜੋਤ ਅੱਜ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਪਲਟੀ ਏ। ਉਥੇ ਸੱਤਾ ਔਰ ਬਲਵੰਤ ਸਾਹਿਬ ਜੀ ਲਿਖ ਦੇਣਗੇ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਏ। ਸਰੀਰ ਬਦਲਦਾ ਪਿਆ ਏ ਪਰ ਜੋਤ ਜਿਹੜੀ ਉਦੋਂ ਇੱਕ ਟਿਕੀ ਏ। ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕਿਆ ਏ ਗੁਰੂ ਦੇ ਚਰਨਾਂ ਦੇ ਵਿੱਚ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕਿਆ ਔਰ ਅੱਜ ਜਿਹੜਾ ਏ ਗੁਰੂ ਅੰਗਦ ਦੀ ਜਗ੍ਹਾ ਤੇ ਗੁਰੂ ਅਮਰਦਾਸ ਜੀ ਬੈਠੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਸੇਵਾ ਦੇ ਵਿੱਚ ਜਿਹੜਾ ਪ੍ਰਫੁੱਲਤ ਹੋਏ ਨੇ। ਉਹਨਾਂ ਦੀ ਸੇਵਾ ਨਿਰੰਤਰ ਕਰਨ ਲੱਗੇ ਨੇ ਔਰ ਸੇਵਾ ਦੇ ਨਾਲ ਇੰਨਾ ਮਨ ਜੁੜਿਆ, ਇੰਨੀ ਸੁਰਤ ਜੁੜੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਿੱਤੇ ਹੋਏ ਵਰਦਾਨ ਕਰਕੇ ਬਾਬੇ ਅਮਰਦਾਸ ਜੀ ਦੀ ਹਜ਼ੂਰੀ ਅੰਦਰ ਰਹਿਣ ਕਰਕੇ ਬਾਬੇ ਬੁੱਢੇ ਦੀ ਸੁਰਤ ਦੇ ਵਿੱਚ ਉਸ ਰੱਬੀ ਨਾਮ ਦਾ ਝਲਕਾਰਾ ਵੱਜਣ ਲੱਗਾ। ਉਸ ਕਰਤੇ ਦੇ ਨਾਲ ਇੱਕ ਮਿਕ ਹੋਣ ਲੱਗੇ। ਬਾਬਾ ਅਮਰਦਾਸ ਜੀ ਇੱਕ ਦਿਨ ਤਖਤ ਤੇ ਬੈਠੇ ਔਰ ਬਾਬਾ ਦਾਤੂ ਜੀ ਨੇ ਆ ਕੇ ਲੱਤ ਮਾਰੀ, ਕਿਉਂਕਿ ਮਨ ਦੇ ਅੰਦਰ ਰੋਸ ਹੈ ਕਿ ਗੱਦੀ ਸਾਡੇ ਪਿਤਾ ਦੀ ਇਹ ਬਾਹਰ ਕਿਸੇ ਨੂੰ ਮਿਲਣੀ ਨਹੀਂ ਚਾਹੀਦੀ, ਕਿਉਂਕਿ ਗੱਦੀ ਦੇ ਲਈ ਰੋਸ ਕਰਦੇ ਪਏ ਨੇ ਪਰ ਗੱਦੀ ਇਹ ਕਿਸੇ ਦੇ ਘਰ ਦੀ ਨਹੀਂ, ਜਿਸ ਉੱਤੇ ਕਰਤਾ ਜਿਹੜਾ ਖੁਸ਼ ਹੋ ਜਾਵੇ, ਜਿਹਦੇ ਵਿੱਚ ਸਮਰੱਥਾ ਹੋਵੇ ਗੱਦੀ ਦਾ ਵਾਰਸ ਕੇਵਲ ਉਹ ਬਣੇਗਾ। ਹੁਣ
ਦਾਤੂ ਨੇ ਆ ਕੇ ਲੱਤ ਮਾਰੀ। ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਗਲਤੀ ਮੇਰੀ ਹੈ ਜੀ, ਗਲਤੀ ਤੁਹਾਡੇ ਨਹੀਂ। ਗੁਰੂ ਬੇਟਾ ਦਰਬਾਰ ਦੇ ਅੰਦਰ ਆਵੇ, ਮੈਂ ਸਤਿਕਾਰ ਦੇ ਲਈ ਖੜਿਆ ਨਹੀਂ ਹੋਇਆ। ਮੇਰੇ ਸਰੀਰ ਦੇ ਹੱਡ ਨੇ ਜਿਹੜੇ ਇਹ ਸਖਤ ਨੇ, ਤੇਰੇ ਸਰੀਰ ਜਿਹੜਾ ਕੋਮਲ ਏ, ਦੇਖਾਂ ਤਾਂ ਸਹੀ ਤੇਰੇ ਸਰੀਰ ਨੂੰ ਇਸ ਸਖਤ ਲੱਕੜਾਂ ਵਰਗੇ ਤਾਂਦੇ ਨਾ ਲੱਗਣ ਕਰਕੇ ਚੋਟ ਨਹੀਂ ਆ ਗਈ। ਤੇ ਬਾਬੇ ਦਾਤੂ ਨੇ ਕਿਹਾ ਸੀ ਕਿ ਗੱਦੀ ਸਾਡੇ ਪਿਤਾ ਦੀ, ਅਸੀਂ ਹੱਕਦਾਰ ਇਸ ਦੇ ਆ, ਤੂੰ ਇਉਂ ਕਰ ਅੰਮ੍ਰਿਤ ਵੇਲੇ ਤੋਂ ਪਹਿਲਾਂ ਇਸ ਧਰਤੀ ਤੋਂ ਚਲਿਆ ਜਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਕਿਸੇ ਨੂੰ ਦੱਸਿਆ ਨਹੀਂ, ਆਪਣੀ ਘੋੜੀ ਲਈ ਔਰ ਗੋਇੰਦਵਾਲ ਦੀ ਧਰਤੀ ਤੇ ਜਾ ਕੇ ਬਿਰਾਜਮਾਨ ਹੋਏ ਨੇ। ਗੋਇੰਦਵਾਲ ਦੀ ਧਰਤੀ ਤੇ ਜਾ ਕੇ ਬੈਠੇ ਨੇ। ਉੱਥੇ ਜਿਹੜਾ ਇੱਕ ਕਿਵਾੜ ਦੇ ਕਮਰੇ ਦੇ ਅੰਦਰ ਗਏ ਨੇ। ਕਮਰੇ ਨੂੰ ਅੰਦਰੋਂ ਜਿਹੜਾ ਕੁੰਡਾ ਲਾਇਆ, ਲੌਕ ਕੀਤਾ, ਬਾਹਰੋਂ ਕੰਧਾਂ ਲਿਪ ਦਿੱਤੀਆਂ ਔਰ ਬਾਹਰ ਇੱਕ ਚਿੱਟ ਲਾਈ, ਜਿਹੜਾ ਅੰਦਰ ਆਵੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਅੰਦਰ ਬੈਠੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਕੁਝ ਸਮੇਂ ਲਈ ਜਿਹੜਾ ਆਪਣੇ ਘਰ ਦੇ ਵਿੱਚ ਜਾਂਦੇ ਨੇ। ਜਦੋਂ ਸੰਗਤਾਂ ਨੇ ਦੇਖਿਆ ਗੁਰੂ ਅੰਗਦ ਦੀ ਜੋਤ ਗੁਰੂ ਅਮਰਦਾਸ ਵਿੱਚ ਵਰਤਦੀ ਪਈ ਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨਾ ਦਿਸੇ, ਸੰਗਤਾਂ ਵਿਆਕੁਲ ਹੋਈਆਂ ਔਰ ਧਿਆਨ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲ। ਬਾਬਾ ਬੁੱਢੇ ਸਾਹਿਬ ਜੀ ਦੇ ਕੋਲ ਗੱਲ ਪਹੁੰਚੀ। ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ। ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਘੋੜੀ ਲਈ, ਘੋੜੀ ਨੂੰ ਅੰਗੇ ਲਾਇਆ। ਪਿੱਛੇ ਜਿਹੜਾ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਜਾਂਦੇ ਨੇ, ਸ਼ਬਦ ਪੜ੍ਹਦੇ ਘੋੜੀ ਜਿਹੜਾ ਗੋਇੰਦਵਾਲ ਦੀ ਧਰਤੀ ਤੇ ਪੁੱਜੀ। ਦੇਖਿਆ ਅੰਦਰ ਤੋਂ ਗੁਰੂ ਨੇ ਕਿਵਾੜ ਬੰਦ ਕੀਤਾ ਏ, ਬਾਹਰ ਲਿਖਿਆ ਏ ਕਿ ਜਿਹੜਾ ਅੰਦਰ ਬੂਹਾ ਖੋਲ ਕੇ ਦਰਵਾਜ਼ਾ ਖੋਲ ਕੇ ਆਵੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਕੀ, ਜਿੱਥੇ ਅੱਜ ਗੁਰਦੁਆਰਾ ਸੰਨ ਸਾਹਿਬ ਬਸਰ ਕੇ ਆ ਕੇ ਟਿਕੇ ਔਰ ਸੰਨ ਸਾਹਿਬ ਗੁਰਦੁਆਰੇ ਜਿੱਥੇ ਅੱਜ ਸੁਸ਼ੋਭਿਤ ਦੇ, ਬਾਬੇ ਬੁੱਢੇ ਨੇ ਕਮਰੇ ਦੇ ਪਿੱਛੇ ਵਾਲੀ ਸਾਈਡ ਤੋਂ ਕੰਧ ਦੇ ਵਿੱਚ ਸੰਨ ਲਾਈ ਔਰ ਪ੍ਰਕਾਸ਼ ਅੰਦਰ ਪਿਆ। ਅੰਦਰ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਅਮਰਦਾਸ ਜੀ ਨੇ ਕਿਹਾ ਤੂੰ ਬਾਹਰ ਜਿਹੜਾ ਕਾਗਜ਼ ਪੜ੍ਹਿਆ ਨਹੀਂ, ਲਿਖਿਆ ਪੜ੍ਹਿਆ ਨਹੀਂ, ਜਿਹੜਾ ਅੰਦਰ ਆਵੇਗਾ ਗੁਰੂ ਦਾ ਸਿੱਖ ਨਹੀਂ ਹੋਵੇਗਾ। ਤੇ ਬਾਬੇ ਬੁੱਢੇ ਨੇ ਕਿਹਾ ਤੁਸੀਂ ਲਿਖਿਆ ਹੈ ਜਿਹੜਾ ਦਰਵਾਜ਼ੇ ਤੋਂ ਅੰਦਰ ਆਵੇਗਾ ਉਹ ਜਿਹੜਾ ਗੁਰੂ ਦਾ ਸਿੱਖ ਨਹੀਂ ਹੋਵੇਗਾ। ਮੈਂ ਅੱਜ ਅੰਦਰ ਦੇ ਦਰਵਾਜ਼ੇ ਨਹੀਂ ਖੋਲੇ, ਅੱਜ ਅੰਦਰ ਦੇ ਮਨ ਨੂੰ ਖੋਜਣ ਦੇ ਲਈ ਮੈਂ ਜਿਹੜਾ ਇਸ ਸਰੀਰ ਰੂਪੀ ਭਾਂਡੇ ਨੂੰ ਜਿਹੜਾ ਸੰਨ ਲਾ ਕੇ ਅੰਦਰ ਆਇਆ। ਕਿਰਪਾ ਰਹਿਮਤ ਕਰਕੇ ਅੰਦਰ ਦੀ ਸੂਝ ਬਖਸ਼ ਦੇ। ਬਾਬੇ ਅਮਰਦਾਸ ਨੇ ਅੱਜ ਫਿਰ ਜਿਹੜਾ ਬਾਬੇ ਬੁੱਢੇ ਨੂੰ ਆਪਣੇ ਗਲ ਦੇ ਨਾਲ ਲਾਇਆ ਹੈ ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਗੋਇੰਦਵਾਲ ਦੀ ਧਰਤੀ ਤੇ ਆਏ ਨੇ। ਗੋਇੰਦਵਾਲ ਦੀ ਧਰਤੀ ਤੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਵਰਤਾਉਣ ਲੱਗੇ ਨੇ। ਰਹਿਮਤਾਂ ਵਰਤਾ ਕੇ ਸਿੱਖ ਜਿਹੜਾ ਉਹਨਾਂ ਦੀ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠਦੇ ਨੇ। ਇੱਕ ਜਿਹੜਾ ਰੀਤ ਸ਼ੁਰੂ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲੰਗਰ ਔਰ ਜਿਹੜਾ ਅੰਮ੍ਰਿਤ ਵੇਲੇ ਦੀ, ਉਹ ਜਿਹੜੀ ਰੀਤ ਜਿਹੜਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਫੁੱਲਤ ਕੀਤੀ, ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਵਰਤਾਉਣ ਲੱਗੇ ਨੇ। ਅੱਜ ਵੀ ਉਹ ਰੀਤ ਜਿਹੜਾ ਸੰਗਤ ਔਰ ਪੰਗਤ ਦੀ ਚੱਲਦੀ ਪਈ ਹੈ। ਸੰਗਤ ਦੇ ਵਿੱਚ ਬੈਠ ਕੇ ਨਿਰੰਤਰ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਏ ਔਰ ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ ਏ। ਭਾਈ ਗੁਰਦਾਸ ਜੀ ਉੱਥੇ ਲਿਖ ਦਿੰਦੇ ਨੇ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਦੇ ਨਾਲ ਸਾਂਝ ਪਾਉਂਦੇ ਨੇ ਔਰ ਸ਼ਾਮ ਨੂੰ ਸੋਦਰ ਦੇ ਨਾਲ ਸਾਂਝ ਪਾ ਕੇ ਜਿਹੜਾ ਇਹ ਸਮਾਪਤੀ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਵਿਚਰਨ ਲੱਗੇ ਨੇ ਬਾਬਾ ਬੁੱਢਾ ਸਾਹਿਬ ਜੀ। ਨਿਰੰਤਰ ਵਰਤਦੇ ਪਏ ਨੇ। ਜਦੋਂ ਦੇਖਿਆ ਕਿ ਇਹ ਉੱਚੀ ਜਾਤ ਵਾਲੇ
ਆਪਣੇ ਖੂਹਾਂ ਤੋਂ ਲੋਕਾਂ ਨੂੰ ਪਾਣੀ ਨਹੀਂ ਭਰਨ ਦੇ ਰਹੇ। ਲੋਕਾਂ ਨੂੰ ਜਿਹੜਾ ਹੈ ਇਹ ਉਹਨਾਂ ਦੇ ਘੜੇ ਭੰਨ ਦਿੰਦੇ ਨੇ, ਉਹਨਾਂ ਦੀਆਂ ਮਸ਼ਕਾਂ ਜਿਹੜੀਆਂ ਪਾੜ ਦਿੰਦੇ ਨੇ। ਤੇ ਮੇਰੇ ਬਾਬੇ ਨੇ ਬੁੱਢੇ ਨੇ ਕਿਹਾ, ਗੁਰਦੇਵ ਜੀ ਕਿਉਂ ਨਾ ਪਾਣੀ ਦੀ ਕਿੱਲਤ ਨੂੰ ਖਤਮ ਕਰਨ ਦੇ ਲਈ ਘਰ ਦੇ ਵਿੱਚ ਐਸਾ ਪ੍ਰਬੰਧ ਕੀਤਾ ਜਾਵੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਨੀਂਹ ਰੱਖੀ ਜੀ। ਅੱਜ ਗੋਇੰਦਵਾਲ ਦੇ ਦਰਸ਼ਨ ਕਰਦੇ ਆ ਜਿੱਥੇ, ਔਰ ਉਸ ਦੀ ਨੀਂਹ ਰੱਖਣ ਲੱਗੇ ਨੇ, ਪਹਿਲਾ ਟੱਕ ਲਾਉਣ ਲੱਗੇ ਨੇ, ਕਈ ਹੱਥ ਵਿੱਚ ਪੜੀ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਲਾਓ ਟੱਪ। ਬਾਬੇ ਬੁੱਢੇ ਨੇ ਟੱਪ ਲਾਇਆ, ਟੱਪ ਲਾ ਕੇ ਟੋਕਰਾ ਭਰਿਆ ਮਿੱਟੀ ਦਾ ਬਾਹਰ ਸੁੱਟ ਆਏ ਨੇ। ਅੱਜ ਜਿਹੜਾ ਵਡਿਆਈ ਗੁਰੂ ਨੇ ਟੱਪ ਲਾਉਣ ਦੀ ਵੀ ਉਹਨਾਂ ਨੂੰ ਬਖਸ਼ੀ। ਫਿਰ ਜਿਹੜਾ ਉਸ ਜਗ੍ਹਾ ਦੀ ਉਸਾਰੀ ਹੋਈ, ਪਾਣੀ ਦੀ ਕਿੱਲਤ ਨੂੰ ਖਤਮ ਕੀਤਾ। ਫਿਰ ਸਮਾਂ ਗੁਜ਼ਰਿਆ ਏ, ਫਿਰ ਸਮਾਂ ਆਇਆ 1574 ਈਸਵੀ ਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਭਾਈ ਜੇਠਾ ਜੀ ਆਏ ਨੇ। ਸੇਵਾ ਤੋਂ ਇੰਨਾ ਖੁਸ਼ ਹੋਏ ਗੁਰੂ ਜੀ, ਹੁਕਮ ਉਹਨਾਂ ਨੇ ਮੰਨਿਆ ਔਰ ਗੁਰਦੇਵ ਜੀ ਜਿਹੜਾ ਇਹ ਚੌਥੇ ਗੁਰੂ ਨਾਨਕ ਬਣ ਗਏ। ਆਪਣੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਕੀਤਾ ਗੁਰੂ ਰਾਮਦਾਸ ਜੀ ਦੇ ਨਾਲ, ਭਾਈ ਜੇਠੇ ਦੇ ਨਾਲ। ਅੱਜ ਭਾਈ ਜੇਠੇ ਨੂੰ 1574 ਈਸਵੀ ਨੂੰ ਗੱਦੀ ਤੇ ਬਿਠਾ ਦਿੱਤਾ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ। ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਡਿਆਈ ਬਖਸ਼ੀ ਕਿ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਥੰਮ ਨੇ, ਸਿੱਖੀ ਦੇ ਬੋੜ ਨੇ। ਜਿਸ ਤਰੀਕੇ ਦੇ ਨਾਲ ਕੋਈ ਜਿਹੜਾ ਉਸ ਰੱਬ ਨੂੰ ਸਿਮਰੇ ਉਹ ਪਾਰ ਉਤਰ ਜਾਂਦਾ ਏ, ਜੇ ਕੋਈ ਬਾਬੇ ਬੁੱਢੇ ਦਾ ਨਾਮ ਸਿਮਰੇਗਾ ਉਹ ਵੀ ਇਸ ਭੌਜਲ ਤੋਂ ਪਾਰ ਉਤਰ ਜਾਵੇਗਾ। ਹੁਣ ਤੱਕ ਨਾ ਗੁਰਮਤਿ ਦੇ ਅੰਦਰ, ਇਤਿਹਾਸ ਦੇ ਅੰਦਰ ਕਿਸੇ ਨੂੰ ਗਿਆਨੀ ਨਹੀਂ ਕਿਹਾ ਜਾਵੇਗਾ, ਕਿਸੇ ਨੂੰ ਸੰਤ ਕਿਹਾ ਜਾਵੇਗਾ, ਪਰ ਜੇ ਕਿਸੇ ਨੂੰ ਸਾਹਿਬ ਕਿਹਾ ਜਾਂਦਾ ਹੈ ਉਹ ਕੇਵਲ ਤੇ ਕੇਵਲ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਦੇ ਨਾਮ ਦੇ ਨਾਲ ਸਾਹਿਬ ਲਿਖਿਆ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ, ਨਹੀਂ ਤੇ ਇਤਿਹਾਸ ਦੇ ਅੰਦਰ ਸੰਤ ਔਰ ਗਿਆਨੀ ਕਿਹਾ ਜਾਂਦਾ ਹੈ। ਹੁਣ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਗੁਰੂ ਅਮਰਦਾਸ ਜੀ ਦੀ ਰਹਿਮਤ ਵਰਤੀ ਔਰ ਗੁਰੂ ਰਾਮਦਾਸ ਦੇ ਵਿੱਚ ਗੁਰੂ ਨਾਨਕ ਦੀ ਚੌਥੀ ਜੋਤ ਜਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ ਗੱਦੀ ਤੇ ਬੈਠੇ ਨੇ। ਗੱਦੀ ਤੇ ਬੈਠ ਕੇ ਉਹ ਰਹਿਮਤਾਂ ਵਰਤਾਨ ਲੱਗੇ ਨੇ। ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਦੀ ਧਰਤੀ ਤੇ ਜੋਤੀ ਜੋਤ ਸਮਾਏ ਨੇ। ਔਰ ਜਦੋਂ ਸਮਾਏ ਨੇ ਗੁਰੂ ਰਾਮਦਾਸ ਦੀ ਗੱਦੀ ਤੇ ਬੈਠੇ ਔਰ ਰਹਿਮਤਾਂ ਵਰਤਾ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਸੇਵਾ ਦੇ ਵਿੱਚ ਜੁਟੇ ਨੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਰਾਮਦਾਸ ਦੀ ਧਰਤੀ ਦੀ ਸਥਾਪਨਾ ਕੀਤੀ। ਰਾਮਦਾਸ ਦਾ ਨਗਰ ਵਸਾਇਆ, ਜਗ ਨਾਨਕੀ ਨਾਂ ਰੱਖਿਆ, ਉਹਦਾ ਨਗਰ ਵਸਾਣ ਲੱਗੇ ਨੇ। ਵਸਾ ਕੇ ਨਗਰ ਉਹਨਾਂ ਦੇ ਵਿੱਚ ਜੇ ਕਿਸੇ ਨੇ ਸੇਵਾ ਨਿਭਾਈ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ। ਸਮਾਂ ਗੁਜ਼ਰਦਾ ਗਿਆ। ਅੱਜ ਜਿਹੜਾ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ 3 ਪੁੱਤਰ ਪੈਦਾ ਹੋਏ ਨੇ, ਪ੍ਰਿਥੀ ਚੰਦ, ਮਹਾਦੇਵ ਔਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ। ਪ੍ਰਿਥੀ ਚੰਦ ਜਿਹੜਾ ਅੱਤ ਦਰਜੇ ਦਾ ਮਾਇਆ ਦੇ ਵਿੱਚ ਲੁਭਤੇ, ਮਹਾਦੇਵ ਜਿਹੜਾ ਹੈ ਉਹ ਸੰਸਾਰ ਤੋਂ ਜਿਹੜਾ ਸੰਸਾਰ ਦੇ ਝਮੇਲਿਆਂ ਦੇ ਵਿੱਚ ਫਸਣਾ ਨਹੀਂ ਚਾਹੁੰਦਾ, ਉਹ ਉਦਾਸੀਨ ਤੌਰ ਤੇ ਹੈ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਿਹੜਾ ਰੱਬੀ ਹੁਕਮ ਨੂੰ ਮੰਨਣ ਵਾਲੇ ਔਰ ਰੱਬ ਦੇ ਭਾਣੇ ਦੇ ਵਿੱਚ ਰਹਿਣ ਵਾਲੇ ਨੇ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਾਓ ਪੁੱਤਰ ਲਾਹੌਰ ਦੇ ਅੰਦਰ ਜਾ ਕੇ ਟਿਕੋ, ਉੱਥੇ ਰਿਸ਼ਤੇਦਾਰਾਂ ਦੇ ਵਿੱਚ ਕੁਝ ਵਿਆਹ ਦਾ ਸਮਾਗਮ ਹੈ। ਜਦੋਂ ਪ੍ਰਿਥੀ ਚੰਦ ਨੂੰ ਕਿਹਾ ਹੈ, ਪ੍ਰਿਥੀ ਚੰਦ ਕਹਿੰਦਾ ਜੇ ਮੈਂ ਜਾਵਾਂਗਾ ਦਰਬਾਰ ਦੇ ਪੈਸੇ ਦਾ ਸੰਭਾਲ ਕੌਣ ਕਰੇਗਾ। ਜੇ ਮਹਾਦੇਵ ਨੂੰ ਕਿਹਾ, ਮਹਾਦੇਵ ਕਹਿੰਦਾ ਹੈ ਕਿ ਮੈਂ ਸੰਸਾਰੀ ਝਮੇਲਿਆਂ ਦੇ ਵਿੱਚ ਫਸਣਾ ਨਹੀਂ ਚਾਹੁੰਦਾ। ਪਰ ਜਦੋਂ ਗੁਰੂ ਅਰਜਨ ਤੇ ਨਿਗਾਹ ਗਈ, ਗੁਰੂ ਅਰਜਨ ਨੇ ਹੱਥ ਜੋੜ ਕੇ ਕਹਿ ਦਿੱਤਾ ਗੁਰਪਿਤਾ ਜੋ ਤੇਰਾ ਹੁਕਮ ਹੈ, ਜਿਵੇਂ ਤੈਨੂੰ ਭਾਉਂਦਾ ਹੈ ਉਵੇਂ ਕਰਵਾ ਲੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ
लाहौर की धरती ते गए ने और काफ़ी समा उत्थे रहे ने। जे गुरु रामदास पातशाह ने कह दिता कि जिन्नी देर तक असी बुलाइए ना वापस नहीं आना, अज गुरु अर्जन देव पातशाह महाराज जी उन्नी समा उत्थे टिके ने। फिर बाबा बुढ़ा साहब जी नूं क्या है, जाके गुरु अर्जन पातशाह महाराज जी नूं बुला के लियाओ। बाबा बुढ़ा साहब जी अमृतसर की धरती तो चले ने, जाके गुरु अर्जन पातशाह महाराज जी नूं इत्थे लिआए ने। जदों गुरु अर्जन पातशाह ने देखिया गुरपिता दे हजूरी तो सिख आया है, चरना दे विच नमस्कार कीती है। अज गुरु अर्जन पातशाह महाराज जी अपने पिता के घर दे विच आए ने। समा आया जी 1581 ईस्वी का और 1581 ईस्वी दे विच गुरु रामदास पातशाह जी महाराज वो जिहड़ा है अपनी गद्दी दे रहे ने अपने छोटे पुत्र गुरु अर्जन पातशाह महाराज जी नूं। गुरु अर्जन पातशाह महाराज जी नूं गद्दी देन लगे ने जी। हुण तको जे किते एक जोत दूजे गुरु दे विच प्रफुल्लित हो रही है, दूजे गुरु दे विच टिक रही है ते तिलक रहे ने बाबा बुढ़ा साहब जी। जे किते गुरु अमरदास पातशाह महाराज जी ने गुरु रामदास पातशाह नूं गद्दी दिती ते पहला चरना ते शीस नवाया है गुरु अमरदास जी ने और दूजा जिहड़ा शीस नवांदे ने बाबा बुढ़ा साहब जी। सब तो पहला जिहदे अंदर गुर जोत टिकदी पई है ते बाबा बुढ़ा साहब जी उन्हां दे चरना ते झुकदे पए ने। बाबा बुढ़ा साहब जी दे समा आया जी 1581 ईस्वी का। हुण गुरु अर्जन पातशाह महाराज जी नूं गुरगद्दी ते विराजमान करन लगे ने गुरु रामदास पातशाह महाराज जी। उन्होंने सद्या बाबा बुढ़ा साहब जी नूं गुरु अर्जन पातशाह महाराज जी नूं गद्दी ते बिठाया और क्या बाबा बुढ़ा साहब जी दिओ तिलक, अज तो मेरी गद्दी दे वारस होवेगा मेरा छोटा पुत्र गुरु अर्जन पातशाह महाराज जी। गुरु अर्जन पातशाह महाराज जी गद्दी ते विराजमान होए ने। गुरु रामदास पातशाह महाराज जी जिहड़ा इस धरती तो जाते ने, उस तो पहला एक घटना होर घटदी है। जदों गुरु अर्जन पातशाह नूं गुरगद्दी दित्ती, जिहड़ा पृथ्वी चंद उन्हें जिहड़ा विरोध किया ते गुरु अर्जन पातशाह ने गुरु रामदास पातशाह ने कह दिता, ए पुत्र मन दे विच रोस ना कर, जेड़ी माया दा हंकार तू चुकी फिरदा है एक खिन दे विच खत्म हो जाती है। काहे पूत झगरत हो संग बाप, जिनके जने बडीरे तिन हो, जिनके जन्म बडूरे तुम हो, 300 झगरत पाप। जिस माया का तुम गर्भ करत हो, सो तन किसे ना साथ। खिन में छोड़ जाए बिखिया रख, खिन में छोड़ जाए बिखिया रस, तो लागे संताप। कहते ने ये माया का गर्भ करता पिया है, ये किसी के साथ नहीं जाती। जदों भी एक खिन दे विच पैंदी है बंदा रोंदा पिया है। कहते ने तू इस माया का हंकार करदा है। बाबा बुढ़ा साहब जी अज गुरियाई की पग बनन लगे ने गुरु अर्जन पातशाह महाराज जी दे। गोइंदवाल की धरती ते है, क्योंकि गुरु रामदास पातशाह जी ज्योति जोत समाते ने गोइंदवाल की धरती ते। अज जिहड़ा है पृथ्वी चंद ने फिर झगड़ा किया है, बाबा बुढ़ा साहब जी पग बनन लगे ने गुरु अर्जन दे। पृथ्वी चंद ने हाथ दे विचों पग खो लई, बाबे बुढ़े ने मुख दे विचों क्या पुत्रा ये जिहड़ी पग है ਇਹਦੇ ਨਾਲ ਗੁਰਿਆਈ नहीं मिलती, कपड़ियां दे नाल गुरियाई का कोई संबंध नहीं। गुरियाई का संबंध अंदर की जोत दे नाल है। गुरु दे अंदर वो जोत उस दिन टिक गई सी जिस दिन गुरु रामदास ने ये हजूर आके मत्था टेकिया सी। अज तू कपड़े ते भावें लै जा, पर एक गल याद रखी, इस दे नाल गुरियाई प्राप्त नहीं होनी। गुरु अर्जन पातशाह महाराज जी अमृतसर की धरती ते बराजे ने, हरमंदर साहब की स्थापना की है और बाबा बुढ़ा साहब जी सिर ते टोकरियां ढो रहे ने। सिर ते टोकरियां ढो के वो जिहड़ा सेवा पै करते ने, सेवा दे विच इन्ना वो जुड़े पै ने, कई बार प्रसादे का चेता नहीं रहिंदा, निरंतर सेवा पै करते ने।
गुरु अर्जन पातशाह महाराज जी। और इस गल की गवाही अज भरती पई है परिक्रमा दे विच लगी हुई जिहड़ी बेरी है, अज भी जिहड़ा है वो बाबे बुढ़े का चेता करांदी है। अज भी वो कहती है कि मेरे थल्ले इत्थे बैठ के बाबा बुढ़ा साहब जी जदों बाणी दे अंदर जुड़ते सन, उन्हां दे मुख चों रबी नूर दे झलकारे पैंदे सन। बाबा बुढ़ा साहब जी सेवा पै करते ने, सेवा करद्या करद्या हरमंदिर साहब दे स्थान बनया है जी। फिर समा आया 1604 ईस्वी का। अज गुरु अर्जन पातशाह महाराज जी ने कृपा की, अज जिहड़ा है गुरु ग्रंथ साहब महाराज जी का संकलन करन लगे ने, संपादना करन लगे ने गुरु ग्रंथ साहब महाराज जी की। और सद्या है बाबा बुढ़ा साहब जी नूं, सद्या है भाई गुरदास जी नूं। भाई गुरदास नूं सेवा लाई कि तुसीं जिहड़ा अपनी कलम दे नाल गुरबाणी लिखोगे। और बाबा बुढ़ा साहब नूं क्या कि गुरुदेव ने हुक्म लाया कि जदों तक ये बाणी का प्रवाह चलेगा उन्नी देर ते उन्नी देर जिहड़ा तुसीं मेरी थां ते गुरु साहब जी की पवित्र बाणी की विचार संगत दे विच रखोगे। अज देखो जेड़ा गुरु अपने स्थान ते बिठांदा पिया है बाबा बुढ़ा साहब जी नूं, अपने वर्गा बना दिंदा है। क्योंकि गुरु घर दे विच कर्म के आधार ते योग्यता है, जन्म के आधार ते योग्यता नहीं। जन्म करके कोई किन्ना भी उच्चा होवे, इस नाल जेड़ा है गुरमत अंदर कोई संबंध नहीं। गुरमत अंदर संबंध बंदे दे कर्म किदां दे ने, कर्म के आधार ते जेड़ा है बंदे नूं पहचानदी है गुरमत। अज बाबा बुढ़ा साहब जी नूं अपने स्थान ते बिठाया है गुरु अर्जन पातशाह महाराज जी ने। और कहंदे ने गुरमत विचारां तुसीं संगत नूं जेड़ा दिओगे। 1604 तो समा आया जेड़ा गुरु ग्रंथ साहब महाराज जी का संपादना हुई। अज बाबा बुढ़ा साहब जी नूं बख्शिश देन लगे ने गुरु अर्जन पातशाह महाराज जी। बाणी जेड़ा है ग्रंथ दे विच एकत्र कीती। और अज जेड़ा शाम का समय गुरुदेव ने बाबा बुढ़ा साहब जी नूं कहा कि गुरु ग्रंथ साहब महाराज जी के लायक केड़ा दरबार है जिथे गुरु ग्रंथ साहब महाराज जी का प्रकाश किया जाए। उत्थे सूरज प्रकाश का करता भाई संतोख सिंह जी और लिखते ने बाबे बुढ़े ने मुख दे विचों कह दिता हरमंदिर साहब तो लायक होर कोई दरबार नहीं जिथे गुरु ग्रंथ साहब महाराज जी का प्रकाश किया जाए। शाम हुई है जी। शाम के समय संगतां प्रसादा छक के आराम के विच जुटियां ने और बाबा बुढ़ा साहब जी आराम पै करते ने। गुरु अर्जन पातशाह महाराज जी उठे ने ते अपने मन के नाल विचार करते ने कि गुरु ग्रंथ साहब महाराज जी की सेवा समाधि लई किहड़े सिख नूं लाया जाए। पहला उन्हां मन के अंदर विचार आई कि जे किसी गुर व्यक्ति नूं लाया जाए जां गुरपुत्र नूं लाया जाए, समा बतीत होण दे नाल कदे उन्हां दे मन के अंदर विचार ना आ जाए बाणी साडे दादियां परदादियां दी है, कदे अपना इसते हंकार ना जबान लग पैण। इन्ने नूं देखिया है बाबा बुढ़ा साहब जी जमीन ते सुते ने। हुण वेखो गुरु अर्जन पातशाह महाराज ने संपादना की गुरु ग्रंथ साहब महाराज जी की। जदों अज संपादना हो गई है कहंदे ने तख्त ते पीढ़े दे उपर गुरु ग्रंथ साहब महाराज जी का सुखासन किया है और सारी संगत थले बैठी है। थले जिहड़ी विराजमान होकर सुती है इतों तक कि गुरु अर्जन पातशाह महाराज जी जमीन ते सुते ने। अज बाबे बुढ़े दे वाल नजर गई है गुरु अर्जन पातशाह महाराज जी की। और क्या है कि इन्हें 4 पातशाहियां दे हजूर रह के सेवा की है। 4 पातशाहियां दे ये जिहड़े ने जानकार उन्हां दे अंदर वसदे हुए नाम नूं पहचानने वाले ने। क्यों ना गुरु ग्रंथ साहब महाराज जी की सेवा इन्हां तों कराई जाए। अमृत वेला होया है, संगतां ने उठ के इशनान किया है, बाबा बुढ़ा साहब जी ने इशनान किया है। ते अज
गुरु अर्जन पातशाह ने कहा है बाबा बुड्ढा साहब जी तुसी अगे चलोगे मैं तुहाडे पिछे चलांगा। अज गुरु ग्रंथ साहब महाराज जी का स्वरूप बाबा बुड्ढा साहब जी ने अपने सिर ते चुकिया है और गुरु अर्जन पातशाह महाराज जी पिछे 4 पै करते आउंदे ने। अज देखो गुरुदेव ने अपने अगे उन्होंने खिलार के क्या कि बाबा बुड्ढा साहब जी तुसी अगे चलोगे क्योंकि तुहाडी सेवा दे विच तुहाडे नाम जपण दे विच इन्ना प्रफुल्लित होए हो कि तुहाडी सुरत उस करते दे नाल टकी है। बाबा बुड्ढा साहब जी ने स्वरूप चुकिया परिक्रमा विच दी हो के दरबार साहब दे अंदर गए ने। गुरु ग्रंथ साहब महाराज जी का प्रकाश पीढ़े साहब उपर किया है ते गुरु अर्जन पातशाह ने कहा बुड्ढा जी खोलो ग्रंथ लिहो आवाजा सुने पंथ। संतोख सिंह जी लिखते ने गुरु अर्जन पातशाह ने कहा बाबा बुड्ढा जी वाक लो और वाक आया सूही महला पंजवा संतां के कार्य आप खलोया हर काम करावन आया राग तरत सुहावी ताल सुहाया विच अमृत जल छाया राम। बाबा बुड्ढा साहब जी ने हुक्म लिया। हुक्म लैन तो बाद गुरु अर्जन पातशाह ने कहा बाबा जी अपने मुख दे विचों जपजी का पाठ उचारण करो। गुरु ग्रंथ साहब महाराज जी की पवित्र बाणी जिहड़ी गुरु नानक के हिरदे दे विचों तुहानूं प्राप्त हुई सी तुहाडे जिहड़ा सन्मुख रह के गुरु नानक पातशाह ने बाणी उचारण की सी उस बाणी दे नाल सांझ पाओ। बाबे बुड्ढे साहब जी ने जपजी का पाठ किया है और गुरु अर्जन ने पातशाह ने कह दिता अज तो सेवा दे विच बाबा बुड्ढा साहब जी गुरु ग्रंथ साहब महाराज जी की सेवा करनगे। बाबा बुड्ढा साहब जी सोखासन करते ने प्रकाश करते ने गुरु ग्रंथ साहब महाराज जी की सेवा करते हैं। और फिर बाबे बुड्ढे ने पूछया गुरुदेव जी गुरु ग्रंथ साहब महाराज जी का सोखासन कित्थे कीता जावे ते गुरु अर्जन पातशाह ने कहा अज तो कोठा साहब के अंदर मेरा पीड़ा नहीं लगेगा उत्थे एक पीड़ा लगाओ जिस उपर गुरु ग्रंथ साहब महाराज जी का सुखासन किया जाएगा। और इतिहास इतों तक लिखता है कहते कि गुरु अर्जन पातशाह महाराज जी उस पीड़े के लागे थले जाके विश्राम करते सन। उपर गुरु ग्रंथ साहब महाराज जी का सुखासन हो रहा है और गुरु अर्जन पातशाह महाराज जी थले आके बैठ पै के विश्राम करते हैं। हुण समा आया जी 1605 ईस्वी का गुरु अर्जन पातशाह महाराज जी की शहादत का समा आया। शहादत तो पहला उन्होंने अपने पुत्र जिहड़ा है गुरु हरगोबिंद पातशाह महाराज जी दे जिन्होंने जन्म इतिहासकार लिखते ने बाबा बुड्ढा साहब जी की अरदास दे नाल होया। हुण गुरु घर दे विच अरदास नूं बहुत महत्ता है। जदों एक बार गुरु अर्जन दे घरों आवाज़ सुनी माता गंगा ने पृथ्वी चंद के घर दी है जी करमों जदों उन्हें पृथ्वी चंद नूं कहा कि तू कहंदा सी कि सारा कुछ साडे हथ दे विच आवेगा ये जिहड़ी गद्दी साडे हथ दे आवेगी पर अज गुरु अर्जन गद्दी ते बैठा है। ते पृथ्वी चंद ने कहा कि इन्हां दे घर किहड़ी औलाद है जिस तरीके दे इस संसार के अंदर आए ने इस तरीके दे चले जाएंगे। माता गंगा ने सुनिया गुरु अर्जन नूं कहा अज जिहड़ा बाहरों गल्लां होण लगियां ने कि जिद्दां दे आए ने संसार तो उदां चले जाएंगे रहमत करो मेरी कुख नूं भाग लाओ। ते गुरु अर्जन ने कहा कि बाबा बुड्ढा साहब जी भीड़ दे विच बैठे ने। गुरु अर्जन पातशाह महाराज जी ने हुक्म किया सी बाबा जी तुसीं भीड़ दे अंदर चले जाओ उत्थे जिहड़ा खेती नूं संभालो उत्थे रह के संगतां नूं उपदेश दिओ। बाबा बुड्ढा साहब जी भीड़ दे अंदर बैठे ने उन्हां दे सामने जाके अरदास करो वो पूर्ण गुरसिख ने ते सिख दी कीती होई अरदास कदे व्यर्थ नहीं जाती। अज जिहड़ा है माता गंगा घर तो चली है मिसे प्रशादे पकाए ने लस्सी लैके बाबे बुढ़े दे जिहड़ा दरबार विच जां भीड़ दे विच जाके खड़ी हुई है। जदों देखिया गुरु अर्जन पातशाह जी ने कि माता गंगा जी आए ने
चरणों ते नमस्कार की और क्या माता जी हुक्म करो। इस समय बाबा बुढ़ा साहब जी झोने की खेती की वट ते बैठे सन। हाँ कुछ समा होया उत्थे समागम लंघ के गया है जी। आ चंद को दिनों की खेड़े उस समागम ही इस जिहड़ा है आधारित सी कि इस समय माता गंगा नूं बाबा बुढ़ा साहब जी वरदान दे रहे हैं, अरदास कर रहे हैं उस परमात्मा के सामने। बाबा बुढ़ा साहब जी ने कहा कहते ने पुत्र की भुख केवल जिहड़ा माता जान सकती है। माता नूं पता हुंदा है कि पुत्र कितना भुखा है, पुत्र नूं भुख कितनी लगी, अज अत की भुख लगी है। माता जी जिहड़ा प्रशादा पका के लियाए सो लियाओ छकीए। बाबे बुढ़े ने वह प्रशादा छकना कीता ते माता गंगा ने कहा कि अज गल्लां होण लगियां ने, जिस तरीके दे आए ने उस तरीके दे चले जाणगे। उस करते दे सामने अरदास करो साडी भुख नूं भाग लग जावे। ते बाबे बुढ़े ने कहा यह लोकां दियां झक हो सकदियां ने, लोकां दियां गल्लां हो सकदियां ने। इन्ने नूं अपने हाथ दे विच गंढा लिया, उस गंढे के उपर हाथ मार के कह दिता लोग कहते ने पुत्र नहीं पैदा होवेगा, लोग कहते ने जिमें दा आया उवें दा चले जाणगे। कहते ने अजिहा पुत्र पैदा होवेगा जिहड़ा दुश्मनां दे सिर भन्नेगा, जिहड़ा दुश्मनां दा नाश करेगा, जिहड़ा अंदर दे विकारां नूं खत्म करेगा, जिहड़ा मीरी और पीरी दीयां तलवारां धारण करेगा। बाबा बुढ़ा साहब जी ने उस करते दे सामने अरदास की। माता गंगा जी जिहड़ा है उधर अपने दरबार के अंदर वापस आए ने। हुण गुरु अर्जन पातशाह महाराज जी वडाली चले गए। वडाली दे विच जाके गुरु हरगोबिंद पातशाह का जन्म होया जी। और गुरु हरगोबिंद पातशाह के जन्म समय बाबा बुढ़ा साहब जी आए, गुरु साहब जी के सामने अरदास की। गुरु अर्जन पातशाह महाराज जी ने हत्थां दे विच दे के गुरु हरगोबिंद साहब जी नूं क्या बाबा जी इन्हां दा नाम की रखिए। ते बाबे बुढ़े ने अपने गल दे विच पल्ला पा के कह दिता गुरु जी तुहाडे तो सियाणा और तुहाडे तो उच्ची सुरत वाला की हो सकता है कि ना रखना मैनूं भा जावे। ते बाबे बुढ़े नूं गुरु अर्जन ने कहा ਇਹ ਤੁਹਾਡੀ कृपा रहमत वरती है, तुसी उस करते दे सामने अरदास की, ਇਹਦਾ जन्म होया ਤੁਹਾਡੇ तो ही इन्हां दा नामकरण होवेगा। उत्थे बाबे बुढ़े ने कहा यह मेरा हरगोबिंद और ना रखा गया गुरु हरगोबिंद पातशाह महाराज जी। गुरु दरबार के अंदर जिहड़ा है गुरु सिख टिके ने। उस तो बाद समा बतीत होया, गुरु हरगोबिंद पातशाह महाराज जी थोड़ा वड्डे हुए ने। अज बाबे बुढ़े नूं सद्दिया है गुरु अर्जन पातशाह महाराज जी ने और कहा बाबा बुढ़ा साहब जी इन्हां नूं विद्या तुसीं दिओगे। ते बाबा बुढ़ा साहब जी ने हाथ जोड़ के कह दिता पातशाह जी जिमींदारी का धंधा करन वाला है, विद्या का कोई ज्ञान नहीं, इहदे लई किसी विद्वान सज्जन नूं लाओ। ते गुरु अर्जन ने कह दिता इनू विद्या ये दे दिओ कि किस तरीके दे नाल गुरु नानक नूं भा जाईदा है, किस तरीके का नाम जपीए, किस तरीके की सेवा करिए कि गुरु नानक अपने सीने दे नाल ला लो, केवल ते केवल ये विद्या ही दे दिओ। ते इतिहास लिखदा है कि गुरु अर्जन पातशाह जी के सपुत्र गुरु हरगोबिंद पातशाह महाराज जी नूं बाबा बुढ़ा साहब जी ने 65 प्रकार की विद्या दी। ਉਹਦੇ ਵਿੱਚ तीर कमानी, घोड़सवारी, तैराकी, नेजाबाजी आदि 65 तरीके की विद्या दी। और पहला अखर लिखिया सलेट के उत्ते ऊड़ा। गुरु हरगोबिंद पातशाह ने ऊड़ा पढ़िया और मेरे बाबे बुढ़े ने एक ओंकार लिखिया। गुरु हरगोबिंद पातशाह महाराज जी ने तोतली आवाज़ दे विच बाबे बुढ़े दे पिछे एक ओंकार पढ़िया। 65 तरीके की विद्या दी। और गुरु अर्जन दे हजूर बैठे ने बाबा बुढ़ा साहब जी। अज समा आया जी 1500, समा आया जी 1605 ईस्वी का। अज गुरु अर्जन पातशाह महाराज जी की शहादत का समा आया।
गुरु अर्जन पातशाह महाराज जी लाहौर वाले चले ने और चलन तो पहला बाबा बुढ़ा साहब जी नूं सद्दिया। अज अपनी गद्दी ते गुरु हरगोबिंद पातशाह नूं बिठाया है और क्या है बाबा जी दिओ इन्हां नूं तिलक गुरियाई दा, अज तो बाद मेरी गद्दी ते ये विराजमान होणगे। और गुरु अर्जन पातशाह महाराज जी लाहौर वाले चले ने। लाहौर विच उन्हां दी शहादत हुंदी है। शहादत तो बाद गुरु हरगोबिंद पातशाह जी गद्दी ते बैठे ने। गद्दी उपर बैठदियां उन्हां ने गुरु घर की मर्यादा इउन बिन मनवाई है और इहदे विच वादा करन लगे ने। हुण गुरु साहब जी ने एक जिहड़ा होका दिता संगत नूं, अगे दरबार के अंदर माया लैके आंदे सी, अगे दरबार के अंदर पैसे लैके आंदे सी, वस्तुआं लैके आंदे सी। हुण इउं करो दरबार के अंदर चंगियां जवानियां और चंगे शस्त्र लैके आओ। और फरमान किया हुण 1609 का समा आया। अज गुरु हरगोबिंद पातशाह महाराज जी जिहड़ा है काल तख्त की नींह रखन लगे ने। नींह रखन दे लई केवल 3 बंदे ने, एक गुरु हरगोबिंद पातशाह महाराज जी, दूजा भाई गुरदास और तीजा जिन्हों पहले जामे तो वडियाइयां दे रहे ने बाबा बुढ़ा साहब जी। जिहड़ा नींह रखी है इन्हां ने काल तख्त साहब की और इहदे विच रह के राजनीतिक और संसारिक जिहड़े मसलियां ते विचार करन लगे ने गुरु हरगोबिंद पातशाह महाराज जी। हुण गुरु हरगोबिंद पातशाह महाराज जी तो आग्या लैके बाबा बुढ़ा साहब जी रमदास की धरती ते गए ने और कह दिता पातशाह जी जदों कदे मैं हुक्म करा कृपा रहमत करके दर्शन बख्शियो, क्योंकि अज बाबे बुढ़े की उम्र 100 साल तो उपर हो गई है। एक दिन बाबा बुढ़ा साहब जी हरमंदर साहब के दरबार अंदर दर्शनां लई आ रहे सन। जदों दरबार के अंदर आए गुरु हरगोबिंद पातशाह ने कह दिता बाबा बुढ़ा साहब जी तुहाडा शरीर बिरध हो गया है, तुसीं ये पालकी लै जाओ मेरी, इहदे विच आया करो, तुर के ना आया करो। ते बाबे बुढ़े ने कह दिता सी आउना तेरी रहमत दे नाल है, तेरी कृपा दे नाल है, ते तू चाहें ते तू मैनू उथों तुर के लिया सकदा है। अज बाबा बुढ़ा साहब जी गुरु के हुक्म नूं मनन लगे ने, पालकी लै गए। जदों दोबारा आए पालकी दे अंदर बाबा बुढ़ा साहब जी बैठे ने। सिख जिहड़ा पालकी नूं चुक के दरबार साहब अंदर लियाउण लगे, हरमंदर साहब अंदर लियाए ने। अज गुरु हरगोबिंद पातशाह महाराज जी जिहड़ा है उन्हां ते रहमत बरतान लगे ने। तकिया एक सिख नूं पासे कीता, मोढा लाया है पालकी नूं। बाबा बुढ़ा साहब जी इन्ना जिहड़ा है बाणी और हुक्म दे विच प्रफुल्लित ने। अज गुरु हरगोबिंद पातशाह जी उन्हां दी पालकी नूं मोढा ला रहे ने। पालकी नूं मोढा लाया, बाबे बुढ़े ने कह दिता पालकी रोक दिओ। पालकी रोक देती, बाबा बुढ़ा साहब जी बाहर निकले ने। गुरु हरगोबिंद पातशाह महाराज जी के चरणों से नमस्कार की ते हरगोबिंद पातशाह ने कहा तैनू किवें पता लग गया कि पालकी ने मोढा मैं लाया सी? कहंदे ने पहले जामे दे विच आप ही ते गल दे नाल लैके कह दिता सी तुझे ते दूर कदे ना होसी, तेरे तो दूर नहीं होवेगा। जदों दरबार के अंदरों चलिया सी पातशाह मेरे मन के अंदर उदों ही इस गल के विचार आ गई सी कि गुरुदेव ते पालकी नूं मोढा लैन ते मैं विच बैठा होवां, इदां दा निरादर कदे मेरे तो हो ना जावे। हुण बाबा बुढ़ा साहब जी रमदास की धरती ते डिगे ने, उत्थे रह के गुरमत का प्रचार करते ने, बाबे की बाणी दे नाल सांझ पाते ने, लोकां नूं उहदे नाल जोड़ रहे ने, रहमतां वरता रहे ने। समा बतीत होया जी, समा अपने आखिरी समय ते आया। बाबे बुढ़े की उम्र हुई है 125 साल। 125 साल दे विच रमदास की धरती ते आए ने। जदों आखिरी समा जानिया एक सिख नूं भेजिया, उस रमदास की धरती का एक जौहरी एक सुनियारा जिहड़ा शाहूकार आया, गुरु रामदास नूं वचन किया कि बाबा बुढ़ा साहब जी चरना की प्रीत पै मंगते हैं, तुहाडे दर्शनां की मंग करते हैं
ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਹਰਿਮੰਦਰ ਸਾਹਿਬ ਤੋਂ ਚੱਲ ਕੇ ਰਮਦਾਸ ਦੀ ਧਰਤੀ ਤੇ ਪੁੱਜੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਪਾਤਸ਼ਾਹ ਜੀ ਮੁਖ ਦੇ ਵਿੱਚੋਂ ਇੱਕ ਗੱਲ ਕਹਿ ਦਿਓ ਕਿ ਚੱਲ ਬੁੱਢਿਆ ਤੈਨੂੰ ਬਖਸ਼ ਦਿੱਤਾ। ਸਿੱਖਾਂ ਦੇ ਜਿਹੜੇ ਨੈਣ ਨੇ ਉਹਨਾਂ ਦੇ ਵਿੱਚ ਨੀਰ ਆਇਆ ਕਿ ਇੰਨੀ ਸੇਵਾ ਕੀਤੀ ਤੇ ਅੱਜ ਵੀ ਸਿੱਖੀ ਦੀ ਦਾਤ ਪੈ ਮੰਗਦੇ ਨੇ, ਅੱਜ ਵੀ ਸਿੱਖਣ ਦੇ ਲਈ ਗੱਲ ਕਰਦੇ ਨੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਬੁੱਢਿਆ ਇੱਕ ਗੱਲ ਦੱਸ ਜਾ ਕਿ ਸਿੱਖੀ ਕਮਾਈ ਦੀ ਕਿਸ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਨਾਲ ਸਿੱਖੀ ਦੀ ਕਮਾਈ ਕੀਤੀ ਜਾਂਦੀ ਹੈ। ਇਸ ਦੁਨੀਆ ਦੇ ਲੋਕ ਆ ਕੇ ਹੀਰਿਆਂ ਦੀਆਂ ਕਮਾਈਆਂ ਕਰਦੇ ਨੇ, ਲੋਕ ਜਿਹੜਾ ਆ ਕੇ ਸੋਨੇ ਦੀਆਂ ਕਮਾਈਆਂ ਕਰਦੇ ਨੇ, ਪੈਸੇ ਦੀਆਂ ਕਮਾਈਆਂ ਕਰਦੇ ਨੇ। ਤੂੰ ਸਿੱਖੀ ਕਮਾਈ ਆ, ਦੱਸ ਜਾ ਸਿੱਖੀ ਕਮਾਈ ਦੀ ਕਿਸ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਹੈ, ਕਿਸ ਤਰੀਕੇ ਦੇ ਨਾਲ ਹਰੇਕ ਗੁਰੂ ਤੈਨੂੰ ਆਪਣੇ ਚਰਨਾਂ ਦੇ ਨਾਲ ਲਾ ਲੈਂਦਾ ਹੈ। ਸਾਨੂੰ ਦੱਸ ਜਾ ਸਿੱਖੀ ਕਮਾਈ ਦੀ ਕਿਸ ਤਰੀਕੇ ਦੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿ ਦਿੱਤਾ, ਪਾਤਸ਼ਾਹ ਜੀ ਤੁਸੀਂ ਇੱਕ ਸੂਰਜ ਹੋ, ਗਿਆਨ ਦੇ ਪ੍ਰਕਾਸ਼ ਦੇ, ਰਹਿਮਤਾਂ ਦੇ ਉਜਾਲੇ ਦੇ ਪ੍ਰਕਾਸ਼ ਹੋ, ਤੇ ਮੈਂ ਤੁਹਾਡੇ ਵਿੱਚੋਂ ਨਿਕਲੀ ਹੋਈ ਇੱਕ ਕਿਰਨ ਆ। ਤੇ ਕਿਰਨ ਜਿਹੜਾ ਹੈ ਸੂਰਜ ਦਾ ਅੰਤ ਨਹੀਂ ਪਾ ਸਕਦੀ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਟਿਕੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਤੇ ਅੱਜ ਸਿੱਖਾਂ ਨੇ ਬਿਧੀ ਚੰਦ ਕੋਲ ਬੈਠਾ ਹੈ, ਭਾਈ ਗੁਰਦਾਸ ਜੀ ਕੋਲ ਬੈਠੇ ਨੇ ਔਰ ਕਿਹਾ ਹੈ ਬਾਬਾ ਜੀ ਦੱਸੋ ਸਿੱਖੀ ਕਿਸ ਤਰੀਕੇ ਦੇ ਨਾਲ ਕਮਾਣੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਕਿ ਗੁਰੂ ਨੂੰ ਭਾ ਜਾਈਏ। ਤੇ ਬਾਬੇ ਬੁੱਢੇ ਨੇ ਕਿਹਾ ਜ਼ਿੰਦਗੀ ਦੇ ਅੰਦਰ ਜਪ ਕਰੋ, ਜ਼ਿੰਦਗੀ ਦੇ ਅੰਦਰ ਤਪ ਕਰੋ, ਜ਼ਿੰਦਗੀ ਦੇ ਅੰਦਰ ਸੇਵਾ ਕਰੋ, ਨਾਮ ਜਪੋ, ਪਰ ਟੇਕ ਇੱਕ ਪ੍ਰਮਾਤਮਾ ਦੀ ਰੱਖੋ, ਪਿਆਰ ਇੱਕ ਗੁਰੂ ਦੇ ਨਾਲ ਰੱਖੋ, ਦਰ ਨਾ ਬਦਲਦੇ ਫਿਰੋ ਤੇ ਕਦੇ ਇੰਨਾ ਕੁਛ ਕਰਨ ਦੇ ਨਾਲ ਦਾਤ ਦੀ ਮੰਗ ਨਾ ਕਰੋ, ਕਿਉਂਕਿ ਏਕ ਨਹੀਂ ਦਾਤ ਆਪਸ ਤੇ ਜੋ ਪਾਈਏ। ਕਹਿੰਦੇ ਨੇ ਇੱਕ ਵੀ ਦਾਤ ਅਜਿਹੀ ਨਹੀਂ ਜਿਹੜੀ ਆਪਣੀ ਘਾਲ ਕਮਾਈ ਨਾਲ ਪਾਈ ਜਾ ਸਕੇ। ਇਹ ਉਹਦੀ ਦਾਤ ਹੈ ਜਿਸ ਭਾਵੇਂ ਤਿਸ ਦੇਹ ਵਡਿਆਈ, ਜਿਹੜਾ ਉਹਨੂੰ ਭਾ ਜਾਵੇ। ਇੱਕ ਨਹੀਂ ਦਾਤ ਆਪਸ ਦੇ ਜੋ ਪਾਈਏ। ਕਹਿੰਦੇ ਨੇ ਇੱਕ ਦਾਤ ਨਹੀਂ, ਜਦੋਂ ਉਹਦੀ ਕਰਾਮਾਤ, ਜਦੋਂ ਉਹਦੀ ਰਹਿਮਤ ਵਰਤੇ ਉਦੋਂ ਦਾਤਾਂ ਮਿਲਦੀਆਂ ਨੇ, ਨਹੀਂ ਤੇ ਇਹਨਾਂ ਦਾਤਾਂ ਨਹੀਂ ਮਿਲਦੀਆਂ। ਟੇਕ ਉਸ ਇੱਕ ਦੀ ਰੱਖੋ। ਅੱਜ ਬਾਬਾ ਬੁੱਢਾ ਸਾਹਿਬ ਜੀ ਆਪਣੇ ਵਿਸ਼ਰਾਮ ਤੇ ਗਏ ਨੇ, ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਇਸ਼ਨਾਨ ਕੀਤਾ ਹੈ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਬੈਠੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਗੁਰੂ ਨਾਨਕ ਤੋਂ ਜਪ ਸੁਣਿਆ, ਉਸ ਜਪ ਦੇ ਨਾਲ ਸਾਂਝ ਪਾਈ ਹੈ। ਮੁਖ ਦੇ ਵਿੱਚੋਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੁਣਿਆ ਹੈ, ਅਕਾਲ ਮੂਰਤ ਸੁਣਿਆ ਹੈ, ਅਜੂਨੀ ਸਹਿਬੰ ਗੁਰ ਪ੍ਰਸਾਦ ਕਿਹਾ ਹੈ। ਔਰ ਪੌੜੀ ਦਰ ਪੌੜੀ ਚੱਲ ਕੇ ਕਰਮਖੰਡ ਤੇ ਆ ਕੇ ਰੁਕੇ ਨੇ ਔਰ ਕਰਮਖੰਡ ਕੀ ਬਾਣੀ ਜੋਰ, ਕਹਿੰਦੇ ਨੇ ਕਰਮਖੰਡ ਦੇ ਆ ਕੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਵੇਖਿਆ ਹੈ ਔਰ ਅਖੀਰ ਤੇ ਕਿਹਾ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕਿਰਤੀ ਛੁੱਟੀ ਨਾਲ। ਅੱਜ ਜਿਹੜਾ ਇਹ ਜਪਜੀ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਏ। ਪਹਿਲਾਂ ਚਰਨਾਂ ਤੇ ਨਮਸਕਾਰ ਕਰਦੇ ਸਨ, ਉੱਠ ਜਾਂਦੇ ਸਨ। ਅੱਜ ਨਮਸਕਾਰ ਕੀਤੀ ਏ, ਅੱਜ ਸੀਸ ਉੱਪਰ ਨਹੀਂ ਝੁਕਿਆ। ਅੱਜ ਜੋਤੀ ਜੋਤ ਰਹੀ ਸੰਪੂਰਨ ਥੀਆ ਰਾਮ, ਅੱਜ ਉਸ ਇੱਕ ਜੋਤ ਦੇ ਵਿੱਚ ਜਿਹੜਾ ਟਿਕ ਗਏ ਨੇ, ਜਿਹਨੂੰ ਅੱਜ ਪਾਤਸ਼ਾਹ ਕਹਿੰਦੇ ਨੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਨ, ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ। ਹੁਣ ਬਾਬਾ ਬੁੱਢਾ ਸਾਹਿਬ ਜੀ ਵੀ ਪੰਜ ਭੂਤਕ ਸਰੀਰ ਨੂੰ ਲੈ ਕੇ ਆਏ ਨੇ, ਪਰ ਪੰਜ ਭੂਤਕ ਸਰੀਰ ਨੂੰ ਲੈ ਕੇ ਉਹਨਾਂ ਨੇ ਕਮਾਈ ਇੰਨੀ ਕੀਤੀ ਔਰ ਕਮਾਈ ਦੇ ਨਾਲ ਸਾਂਝ ਇੰਨੀ ਪਾਈ ਕਿ ਸਾਂਝ ਪਾਉਂਦਿਆਂ ਪਾਉਂਦਿਆਂ ਇਹਨਾਂ ਪੰਜਾਂ ਤੰਤਾਂ ਦੇ ਵਿੱਚ ਰਹਿੰਦੇ ਹੋਏ ਵੀ ਜਿਹੜਾ ਉਸ ਗੁਰੂਦੇਵ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜੀਵਨ ਨੂੰ ਜਦੋਂ ਤੱਕੀਏ
ਤੇ ਮਨ ਦੇ ਅੰਦਰ ਵਿਚਾਰ ਆਉਂਦੀ ਹੈ ਕਿ ਜੀਵਨ ਕਦੇ ਇਸ ਤਰੀਕੇ ਦਾ ਬਣ ਜਾਵੇ ਤੇ ਬੰਦੇ ਦਾ ਇਸ ਧਰਤੀ ਤੇ ਆਉਣਾ ਸਫਲਿਆ ਹੈ।